ਅਕਸਰ ਅਸੀਂ ਫਿਰ ਉਹ ਸਕੂਲ ਖੋਲ੍ਹ ਵੀ ਦਵੇ ਇਹਦੀ ਟਿਕਟੋਂ ਖੋਲ੍ਹ ਵੀ ਦੀ ਉਹ ਮੁਤਾਲਬਾ ਚੱਲਦੇ ਹੁੰਦੇ ਨੇ ਕਿ ਦਿਆਲੀਆਂ ਦੇ ਬਾਰੇ ਤੇ ਦੂਜੇ ਤੀਜੇ ਦੇ ਬਾਰੇ ਜੋ ਵੀ ਸਿਸਟਮ ਤੇਰਾ ਚੱਲ ਰਿਹਾ ਹੁੰਦਾ ਨਾ। ਠੀਕ ਹੈ। ਅੱਛਾ ਮੈਂ ਇੱਕ ਆਪਣੇ ਤਰੀਕੇ ਨਾਲ ਸੋਚਦਾ, ਹਰ ਬੰਦੇ ਦੇ ਸੋਚਣ ਦਾ ਤਰੀਕਾ ਘਰ ਆਪਣਾ ਹੈ। ਬਿਲਕੁਲ ਠੀਕ। ਠੀਕ ਹੈ। ਮੈਂ ਜਿਸ ਵਕਤ ਵੀ ਦੇਖਿਆ ਨਾ ਆਨਲਾਈਨ ਤੇ ਕੋਈ ਬੰਦਾ ਇਸ ਚੀਜ਼ ਨੂੰ ਪ੍ਰੂਵ ਕਰਨ ਦੇ ਵਿੱਚ ਰਾਜ਼ੀ ਨਹੀਂ ਹੈ ਕਿ ਮੈਂ ਇੱਕ ਦਿਆਲੀ ਆ, ਜਾਂ ਕੋਈ ਬੰਦਾ ਇਸ ਚੀਜ਼ ਤੇ ਪ੍ਰੂਵ ਕਰਨ ਨੂੰ ਰਾਜ਼ੀ ਨਹੀਂ ਹੈ ਕਿ ਮੈਂ ਮਰਜ਼ਈ ਆ। ਔਰ ਪਾਕਿਸਤਾਨ ਦੇ ਅੰਦਰ ਕਿਸੇ ਨੂੰ ਇਹ ਚੀਜ਼ ਦਾ ਇਲਮ ਵੀ ਨਹੀਂ ਹੈ ਕਿ ਦਿਆਲੀ ਕੋਲ ਤੇ ਮਰਜ਼ਈ ਕੋਲ ਹੈ। ਅਕਸਰ ਸਾਡੇ ਜਿਹੜੇ ਉਲਮਾ ਨੇ ਉਹ ਇਹ ਹੀ ਕਹਿ ਰਹੇ ਹੁੰਦੇ ਨੇ ਕਿ ਦਿਆਲੀ ਫਲਾਣਾ ਹੈ ਤੇ ਮਰਜ਼ਈ ਫਲਾਣਾ ਨਾ। ਲੇਕਿਨ ਪਾਕਿਸਤਾਨ ਦੇ ਅੰਦਰ ਕਦਿਆਲੀ ਲੈ ਜਾਂ ਮਰਜ਼ਈ ਲੈ ਸਭ ਲਿਆ ਕੇ ਸੋਸ਼ਲ ਮੀਡੀਆ ਦੇ ਉੱਤੇ ਸਾਬਤ ਨਹੀਂ ਕੀਤਾ ਕਿ ਮੈਂ ਕਦਿਆਲੀ ਆ। ਅਗਰ ਉਹ ਸੋਸ਼ਲ ਮੀਡੀਆ ਉੱਤੇ ਬੈਠਾ ਤੇ ਉਹ ਆਪਣੇ ਆਪ ਨੂੰ ਪ੍ਰੂਵ ਨਹੀਂ ਕਰਵਾ ਰਿਹਾ ਹੁੰਦਾ। ਕੀ ਖਿਆਲ ਹੈ? ਤੇ ਮੈਂ ਅਸਲ ਦੇ ਵਿੱਚ ਆਪਣੇ ਉਲਮਾ ਨੂੰ ਲੱਗਾ ਕਿ ਬਜਾਏ ਇਸ ਮੁਕਾਬਲੇ ਤੋਂ ਹਟ ਕੇ ਆਪਣੀ ਕੌਮ ਨੂੰ ਇਸ ਪਾਸੇ ਲੱਗੇ ਕਿ ਬਈ ਤੁਸੀਂ ਸਿੱਧਾ ਸਿੱਧਾ ਕੁਰਾਨ ਲਾ, ਤੁਸੀਂ ਮਰਜ਼ਈਆਂ ਵਾਲੇ ਪਾਸੇ ਜਾਓ, ਲਾ ਬਰੇਲਵੀਆਂ ਦੇ ਕਿਸੇ ਤੁਸੀਂ ਸਿੱਧਾ ਸਿੱਧਾ ਕੁਰਾਨ ਦੀ ਪੜ੍ਹੋ, ਕੁਰਾਨ ਦੇ ਕਲਮਾ ਪੜ੍ਹੋ, ਕਲਮੇ ਦੇ ਮੁਤਾਬਕ ਅੱਲਾਹ ਦੇ ਹਦੀਸ ਦੇ ਮੁਤਾਬਕ ਸੁਨਨਤ ਦੇ ਮੁਤਾਬਕ ਅਮਲ ਕਰੋ। ਉਹ ਸਭ ਤੋਂ ਬੈਸਟ ਚੀਜ਼ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਅੱਛਾ, ਇੱਕ ਤੇ ਮੈਂ ਨਾ ਖਾਣਾ ਖਾ ਰਿਹਾ ਵਾਂ ਤੇ ਮੈਂ ਥੋੜੀ ਥੋੜੀ ਗੁਫ਼ਤਗੂ ਵੀ ਕਰਨਾ ਵਾ। ਗੱਲ ਹੈ ਵੇ ਕਿ ਉਹ ਪੁਰਾਣੇ ਦੌਰ ਸਨ। ਠੀਕ ਹੈ ਜੀ। ਜੀ ਜੀ। ਪੁਰਾਣਾ ਦੌਰ ਬੜਾ ਚੰਗਾ ਸੀ। ਬਲਕਿ ਤੁਹਾਡੀ ਵੀ ਮੈਨੂੰ ਲੱਗਦਾ ਪਿਆ ਤੁਹਾਡੀ ਉਮਰ ਕਾਫੀ ਹੈ ਮਾਸ਼ਾਅੱਲਾ। ਤੇ ਤੁਸੀਂ ਵੀ ਬਚਪਨ 'ਚ ਵੇਖਿਆ ਹੀ ਹੋਣਾ। ਸਿੱਧਾ ਸਿੱਧਾ ਦੌਰ ਸੀ, ਸਿੱਧਾ ਸਿੱਧਾ ਦੌਰ ਸੀ। ਬਿਲਕੁਲ। ਤੇ ਕੋਈ ਤਰਜਮੇ ਵਾਲੇ ਕੁਰਾਨ ਨਹੀਂ ਸਨ ਤੇ ਕੋਈ ਕੁਝ ਨਹੀਂ ਸੀ, ਬਸ ਸਿੱਧਾ ਸਿੱਧਾ ਦੌਰ ਸੀ। ਮੁਸਲਮਾਨ ਹੀ ਟੁਰਦੇ ਹੁੰਦੇ ਸਨ ਤੇ ਸਾਰੇ। ਹਾਂਜੀ। ਫਿਰ ਨਾ ਮਿਰਜ਼ਾ ਕਾਦੀਆਨੀ ਨੇ ਆ ਕੇ ਨਾ ਉਹਨੇ ਇਹ ਸ਼ੁਰਲੀ ਛੱਡੀ ਕਿ ਕੁਰਾਨੇ ਪਾਕ ਦੇ ਤਰਜੁਮੇ ਜਿਹੜੇ ਸਨ ਨਾ ਉਹਨੇ ਬਦਲੇ ਤੇ ਲੋਕਾਂ ਨੂੰ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕੁਰਾਨ 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 ਕੀ ਤਰਫ ਆਓ ਭਾਈ। ਉਹ ਕੁਰਾਨ ਦਾ ਅਸਲ ਫਲਸਫਾ ਕੀ ਸੀ ਕਿ ਜਿਨ੍ਹਾਂ ਨੂੰ ਅਸੀਂ ਦਾਵਤ ਦਿੰਦੇ ਹਾਂ ਪਏ ਕੁਰਾਨ ਦੀ, ਉਹਨਾਂ ਨੂੰ ਤਾਂ ਕੁਰਾਨ ਹੁੰਦਾ ਨਹੀਂ, ਉਹ ਤੇ ਅਰਬੀ 'ਚ ਲਿਖੇ ਹੈ। ਬਿਲਕੁਲ ਯਕੀਨੀ ਸੀ ਬਾਤ ਹੈ। ਜਦੋਂ ਅਸੀਂ ਕੁਰਾਨ ਦਾ ਇਹਨਾਂ ਨੂੰ ਦਰਸ ਦਿਆਂਗੇ ਤੇ ਇਹਨਾਂ ਨੇ ਜਾ ਕੇ ਫਿਰ ਤਰਜੁਮੇ ਪੜ੍ਹਨੇ ਨੇ ਤੇ ਉਦੋਂ ਤਰਜਮਾ ਅਸੀਂ ਆਪਣਾ ਦਿਆਂਗੇ ਇਹਨਾਂ ਨੂੰ, ਆਪਣਾ ਤਰਜਮਾ ਇਹਨਾਂ ਦੇ ਹੱਥਾਂ 'ਚ ਬਿਠਾਵਾਂਗੇ। ਜਾਂ ਉਹ ਕਿਸੇ ਆਲਿਮ ਕੋਲ ਜਾ ਕੇ ਸਮਝਣਗੇ ਤੇ ਅੱਗੋਂ ਆਲਿਮ ਵੀ ਆਪਣਾ ਹੀ ਬਿਠਾਵਾਂਗੇ ਅਸੀਂ। ਹੁਣ ਸਮਝਿਓ ਕਿ ਨਹੀਂ ਗੱਲ? ਹਾਂਜੀ। ਉਹ ਇਹ ਫਿਲਾਸਫੀ ਸੀ ਤੇ ਉਹਦੇ ਵਿੱਚ ਉਹ ਕਾਮਯਾਬ ਹੋ ਗਏ। ਸਹੀ। ਉਹੀ ਫਿਲਾਸਫੀ ਅੱਜ ਟੁਰਦੀ ਆ ਰਹੀ ਹੈ ਕਿ ਕੁਰਾਨ ਖੁਦ ਪੜ੍ਹੋ ਤੇ ਖੁਦ ਸਮਝੋ ਤੇ ਤਰਜਮੇ। ਸਮਝ ਆਈ ਕਿ ਨਹੀਂ? ਹਾਂਜੀ। ਉਹ ਇਹ ਵੇ ਤਰੀਕੇ ਵਾਰਦਾਤ ਇਹਨੂੰ ਕਹਿੰਦੇ ਨੇ। ਅੱਛਾ, ਉਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਹੀ ਲੱਗ ਪਈ ਦੀ ਮਿਸਾਲ ਹੈ ਕਿ ਅਸੀਂ ਫਰਜ਼ ਕਰੋ ਤਰਜਮੇ ਵਾਲੀ ਸਾਈਡ ਤੇ ਮਿਲ ਜਾਏ ਐਗਜ਼ਾਮਪਲ ਹੈ। ਲੇਕਿਨ ਚਲੋ ਕੁਰਾਨ ਸਿਰਫ ਇਹ ਚੀਜ਼ ਕਹਿ ਰਿਹਾ ਹੈ ਕਿ ਨਮਾਜ਼ ਪੜ੍ਹੋ, ਰੋਜ਼ਾ ਰੱਖੋ, ਅੱਲਾਹ ਤਾਲਾ ਨੂੰ ਯਾਦ ਕਰੋ, ਸਦਕਾ ਜ਼ਕਾਤ ਕਰੋ, ਗਰੀਬ ਮਦਦ ਕਰੋ, ਮਜ਼ਲੂਮ ਦੇ ਸਿਰ ਤੇ ਹੱਥ ਰੱਖ ਸਕਦੇ ਹੋ ਤੇ ਰੱਖੋ। ਨਮਾਜ਼ ਦਾ ਵੀ ਅਸਲ ਮਕਸਦ ਹੀ ਹੈ ਨਾ। ਔਰ ਸਾਡਾ 'ਚ ਅਕਸਰ ਪਾਕਿਸਤਾਨ ਦੇ ਅੰਦਰ ਵੀ ਦੇਖਿਆ ਵੇ ਅਕਸਰੀਅਤ ਨਾਲ ਅਸੀਂ ਨਮਾਜ਼ ਵੀ ਪੜ੍ਹ ਰਹੇ ਹਾਂ, ਹੱਜ ਵੀ ਕਰ ਰਹੇ ਹਾਂ, ਨਮਾਜ਼ ਰੋਜ਼ਾ ਵੀ ਪਾ ਰਹੇ ਹਾਂ, ਸਦਕਾ ਜ਼ਕਾਤ ਵੀ ਕਰ ਰਹੇ ਹਾਂ, ਲੇਕਿਨ ਅਸੀਂ ਉਸ ਦੇ ਨਾਲ ਦੀਨ ਦੇ ਖਿਲਾਫ ਵੀ ਚੱਲ ਰਹੇ ਹਾਂ। ਅੱਛਾ, ਤੁਸੀਂ ਹੁਣ ਪੁੱਛੋ ਕਿ ਕਿਸੇ ਦੀਨ ਦੇ ਖਿਲਾਫ ਕਿਸ ਤਰ੍ਹਾਂ ਚੱਲ ਰਹੇ ਹੋ? ਗੱਲ ਹੈ ਵੇ ਭਾਈ ਜੀ ਕਿ ਕੁਰਾਨ ਨੇ ਇਹ ਕਿਹਾ ਜੀ
ਨਮਾਜ਼ ਪੜੋ, ਰੋਜ਼ਾ ਰੱਖੋ, ਅਖਲਾਕ ਨਾਲ ਪੇਸ਼ ਆਓ, ਰਿਜ਼ਕੇ ਲਾਲ ਕਮਾਓ। ਸਾਨੂੰ ਨਾ ਵੈਸੇ ਇਹ ਨਹੀਂ ਕਹਿਣਾ ਚਾਹੀਦਾ, ਹੂੰ ਆਵਾਮ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ। ਨਹੀਂ ਉਹਦੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਪਾਦਰਾ ਮੈਂ ਅਰਜ਼ ਕਰ ਰਿਹਾ ਹਾਂ, ਥੋੜੀ ਜਿਹੀ ਮੇਰੀ ਸੁਣੋਗੇ ਤੇ ਸਮਝ ਆ ਜਾਏਗੀ ਤੁਹਾਡੀ ਇਨਸ਼ਾਅੱਲਾ। ਜੀ ਜੀ ਇਹ ਗੱਲ ਉਹਨੇ ਕਰਨੀ ਹੈ ਕਿ ਜਿਹਨੂੰ ਕੁਰਾਨ ਦੀ ਸਮਝ ਹੈ। ਹੂੰ ਉਹ ਯਕੀਨੀ ਸੀ ਬਾਤ ਹੈ, ਕੁਰਾਨ ਦੀ ਸਮਝ ਉਲਮਾ ਨੂੰ ਹੈ। ਬਿਲਕੁਲ ਇੰਝ ਹੀ ਹੈ ਨਾ। ਹਾਂਜੀ ਹਾਂਜੀ ਭਾਈ ਕੁਰਾਨ ਦੀ ਸਮਝ ਜਿਹਨੂੰ ਹੈ ਵੇ, ਉਹ ਹੀ ਕਹੇਗਾ ਨਾ ਕਿ ਕੁਰਾਨ ਚ ਲਿਖਿਆ ਜੇ। ਬਿਲਕੁਲ ਬਈ ਜਿਹੜਾ ਬੰਦਾ ਅੰਨਾ ਵੇ ਉਹ ਕਿੰਜ ਦੱਸ ਸਕਦਾ ਹੈ ਕਿ ਇਹ ਸੂਰਜ ਨਿਕਲਿਆ ਕਿ ਨਹੀਂ ਨਿਕਲਿਆ? ਹਾਂਜੀ ਭਾਈ ਜਿਹਦੀਆਂ ਅੱਖਾਂ ਨੇ ਉਹਨੇ ਵੇਖ ਕੇ ਹੀ ਦੱਸਣਾ ਹੈ ਨਾ। ਹਾਂਜੀ ਉਸ ਅੰਨੇ ਨੂੰ ਦੱਸੇਗਾ, ਉਹਦੇ ਕੰਨ ਚੂੰਕੇ ਠੀਕ ਨੇ, ਅੱਖਾਂ ਅਗਰ ਚ ਉਹਦੀਆਂ ਖਰਾਬ ਨੇ ਤੇ ਉਹਦੇ ਕੰਨਾਂ ਦੇ ਵਿੱਚ ਆਵਾਜ਼ ਜਿਹੜਾ ਪਹੁੰਚਾਏਗਾ ਨਾ, ਅੱਖਾਂ ਵਾਲਾ ਪਹੁੰਚਾਏਗਾ ਕਿ ਦੇਖੋ ਸੂਰਜ ਨਿਕਲੇ ਹੈ ਜਾਂ ਚੰਨ ਨਿਕਲੇ ਹੈ। ਸਹੀ ਹੈ। ਤੇ ਹੁਣ ਉਹ ਜਿਹੜਾ ਅੰਨਾ ਵੇ ਉਹ ਕੀ ਕਵੇਗਾ ਕਿ ਮੈਂ ਵੇਖਿਆ ਕਿ ਚੰਨ ਨਿਕਲੇ ਹੈ? ਹੂੰ ਬਲਕਿ ਉਹ ਇਹੋ ਹੀ ਕਹੇਗਾ ਨਾ ਕਿ ਮੈਂ ਇਹ ਮੁਫਤੀ ਮੁਬਸ਼ਰ ਸ਼ਾਹ ਦੇ ਕੋਲੋਂ ਸੁਣਿਆ, ਉਹ ਕਹਿੰਦਾ ਪਿਆ ਕਿ ਚੰਨ ਨਿਕਲੇ। ਇੰਜੀ ਹੈ ਨਾ। ਹਾਂਜੀ ਆਵਾਮ ਸਾਡੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕੁਰਾਨ ਚ ਇਹ ਲਿਖਿਆ ਹੈ। ਆਵਾਮ ਸਾਡੇ ਨੂੰ ਇਹ ਕਹਿਣਾ ਚਾਹੀਦਾ ਸਾਡੇ ਉਲਮਾ ਇਹ ਫਰਮਾਉਂਦੇ ਨੇ। ਮੈਂ ਤੁਹਾਡੇ ਅੱਗੇ ਰਿਕੁਐਸਟ ਕਰਨਾ ਚਾਹ ਰਿਹਾ ਨਾ। ਮੇਰੀ ਗੱਲ ਪਹਿਲੇ ਤੇ ਇੱਕ ਗੱਲ ਨੂੰ ਪਹਿਲੇ ਕਲੀਅਰ ਕਰ ਲਈਏ ਕਿ ਗੱਲ ਸਮਝ ਆਈ ਹੈ ਕਿ ਮੇਰੇ ਭਰਾ ਨੂੰ ਨਹੀਂ? ਮੈਨੂੰ ਬਿਲਕੁਲ ਸਮਝ ਆਈ ਹੈ ਕਿ ਸਾਨੂੰ ਇਮਾਮ से बता चलना चाहिए जो इमाम कह रहे हैं। ਹਾਂ, ਇੱਕ ਆਲਮੇ ਦੀਨ ਜੋ ਕਹਿ ਰਿਹਾ ਨਾ, ਹਾਂਜੀ ਸਾਨੂੰ ਇਹ ਕਹਿਣਾ ਚਾਹੀਦਾ ਹੈ ਸਾਡੇ ਉਲਮਾ ਇਕਰਾਮ ਇਹ ਗੱਲ ਫਰਮਾਉਂਦੇ ਨੇ। ਹਾਂਜੀ, ਅੱਛਾ ਅੱਛਾ ਔਰ ਮੇਰੀ ਜਿਹੜੀ ਇਹ ਗੱਲ ਹੈ ਨਾ ਤੁਹਾਡੀ ਕਿ ਕੁਰਾਨ ਚ ਲਿਖਿਆ ਹੈ, ਇਹਦਾ ਇਖਤਿਆਰ ਤੇ ਇਹਦਾ ਹੱਕ ਜਿਹੜਾ ਵੀ ਉਲਮਾ ਦੇ ਕੋਲ ਹੈ। ਇਹ ਗੱਲ ਉਲਮਾ ਦੇ ਮੂੰਹ ਸਜਦੀ ਏ। ਅੱਛਾ ਉਹ ਜਦੋਂ ਕਹਿੰਦੇ ਨੇ ਕਿ ਭਾਈ ਕੁਰਾਨ ਚ ਲਿਖਿਆ ਹੈ, ਹਦੀਸ ਚ ਲਿਖਿਆ ਹੈ, ਠੀਕ ਹੈ ਭਾਈ, ਕਿਉਂਕਿ ਉਹ ਆਲਿਮ ਹੈ। ਇੱਕ ਜਿਹੜਾ ਜਾਹਿਲ ਹੁੰਦਾ ਹੈ ਨਾ, ਇੱਕ ਪਲੰਬਰ ਹੈ, ਕੋਈ ਮੋਚੀ ਤਰਹਾਨ ਹੈ, ਲੁਹਾਰ ਹੈ, ਉਹਦੇ ਮੂੰਹ ਇਹ ਗੱਲ ਸਜਦੀ ਹੈ ਕਿ ਭਾਈ ਸਾਡੇ ਉਲਮਾ ਨੇ ਇਹ ਗੱਲ ਕਹੀ ਜੀ। ਅੱਛਾ ਤੁਹਾਨੂੰ ਲੈ ਕੇ ਜਾ ਰਹਾ ਚਾਹ ਰਿਹਾ मैं एक चीज कह रहा कि दिमाग तेरी चीज़ों गुलबार ਨੂੰ ਵੀ ਇਹ ਆਵਾਜ਼ ਨੂੰ ਪਹੁੰਚਾਣੀ ਚਾਹੀਦੀ ਹੈ ਕਿ ਨਮਾਜ਼ ਜਿਹੜੀ ਹੈ ਉਹ ਝੂਠ ਤੋਂ नमाज रोक रही है बेईमानी से। साजन मोहतरम आवाज डबल होने लग गई। हेलो यार उस्मान तू गल करी यार, तू करी। हेलो जी जी शहबाज भाई, मैं चीज़ ये कह रहा कि देखो ना ਅਸੀਂ ਇਸ ਟਾਈਮ ਫਰਾਂਸ ਦੇ ਮੌਜੂਦ ਆ ਔਰ ਇੱਥੇ ਜਿਹੜੇ ਖਾਸ ਤੌਰ ਤੇ ਗੋਰੇ ਲੋਕ ਨੇ ਨਾ, ਇਹ ਨਮਾਜ਼ ਵੀ ਨਹੀਂ ਪੜ੍ਹਦੇ, ਰੋਜ਼ਾ ਵੀ ਨਹੀਂ ਰੱਖਦੇ ਔਰ ਕੁਝ ਵੀ ਨਹੀਂ ਕਰਦੇ ਹੈਗੇ ਨਾ, ਠੀਕ ਹੈ। ਅੱਛਾ ਉਹਦੇ ਨਾਲ ਨਾਲ ਇਹ ਝੂਠ ਵੀ ਨਹੀਂ ਬੋਲਦੇ, ਫਰਾਡ ਵੀ ਨਹੀਂ ਕਰਦੇ, ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਹੈਗੇ ਕਿ ਜਿਹੜੀ ਚੀਜ਼ ਤੋਂ ਨਮਾਜ਼ ਰੋਕ ਰਹੀ ਹੈ। ਅੱਛਾ ਸਾਡੇ ਉਹ ਪ੍ਰੋਬਲਮ ਇਹ ਪਾਕਿਸਤਾਨ ਦੇ ਅੰਦਰ ਪ੍ਰੋਬਲਮ ਇਹ ਕਿ ਅਸੀਂ ਨਮਾਜ਼ ਵੀ ਪੜ੍ਹ ਰਹੇ ਹਾਂ, ਰੋਜ਼ਾ ਵੀ ਰੱਖ ਰਹੇ ਹਾਂ, ਕੁਰਾਨ ਪਾਕ ਵੀ ਪੜ੍ਹ ਰਹੇ, ਔਰ ਸਾਡੇ ਜਿਹੜੇ ਲੋਕ ਨੇ ਉੱਥੇ ਅਕਸਰੀਅਤ ਨਾਲ ਝੂਠ ਵੀ ਬੋਲ ਰਹੇ ਨੇ, ਸੂਦ ਵੀ ਖਾ ਰਹੇ ਨੇ, ਫਰਾਡ ਵੀ ਕਰ ਰਹੇ ਨੇ, ਗਰੀਬ ਦਾ ਹੱਕ ਵੀ ਖਾ ਰਹੇ ਨੇ, ਯਤੀਮ। ਲੇਕਿਨ ਇਹ ਚੀਜ਼ ਤਾਂ ਨਮਾਜ਼ ਰੋਕ ਰਹੀ ਨਾ, ਕੁਰਾਨ ਵੀ ਰੋਕ ਰਿਹਾ, ਨਮਾਜ਼ ਵੀ ਰੋਕ ਰਹੀ, ਔਰ ਅੱਲਾਹ ਔਰ ਰੱਬੁਲ ਇੱਜ਼ਤ ਦਾ ਹੁਕਮ ਵੀ ਇਹੀ ਹੈ। ਇਹਦੇ ਬਾਰੇ ਤੁਸੀਂ ਕੀ ਮੈਨੂੰ ਦੱਸੋਗੇ ਜੀ? ਇੰਜ ਇਹ ਗੱਲ ਨਾ, ਇਹ ਵੀ ਗੱਲ ਇੰਜ ਨਹੀਂ ਹੈ, ਇੰਨੀ ਜ਼ਿਹਨੀ ਗੁਲਾਮੀ ਨਹੀਂ ਹੋ ਜਾਣੀ ਚਾਹੀਦੀ ਕਿ ਜਿਹੜੇ ਮੁਲਕ ਤੇ ਤੁਸੀਂ ਰਹਿੰਦੇ ਹੋ ਪਏ ਉਹਨਾਂ ਦੇ ਜ਼ਿਹਨੀ ਗੁਲਾਮ ਹੀ ਬਣ ਕੇ ਰਹਿ ਜਾਓ। ਨਹੀਂ ਹੁਣ ਗੱਲ ਵੀ ਸੁਣ ਵੀ ਤਾਂ ਲਵੋ ਨਾ ਜੀ ਯਾਰ, ਸੁਣ। ਅੱਛਾ ਜਾਂਚ ਕਰ ਲਓ ਫਿਰ, ਤੁਸੀਂ ਜਿਹੜੀ ਕਰਨੀ ਕਰ ਲਓ, ਮੈਂ ਫਿਰ ਚੁੱਪ ਹੋ ਜਾਣਾ। ਅੱਛਾ ਤੁਸੀਂ ਸੁਣਦੇ ਹੀ ਨਹੀਂ ਪਏ। ਪਹਿਲੇ ਮੈਨੂੰ ਇੱਕ ਗੱਲ ਕਲੀਅਰ ਤੇ ਕਰਨ ਦਿਓ ਜਿਹੜੀ ਤੁਸੀਂ ਕੀਤੀ ਹੈ। ਚਲੋ ਤੁਸੀਂ ਕਰ ਲਓ ਕਿਤੇ ਭਾਈ ਮੈਂ ਇੱਕ ਗੱਲ ਵੇ, ਅਗਲੀ ਗੱਲ ਤੇ ਬਾਅਦ ਚ ਹੋਏਗੀ ਨਾ, ਪਹਿਲੇ ਇੱਕ ਗੱਲ ਕਲੀਅਰ ਹੋ ਜੇ। ਕੀ ਖਿਆਲ? ਓਕੇ ਉਹ ਐ ਵੇ। ਅੱਛਾ ਮਾਈਕ ਮਿਊਟ ਕਰ ਲਓ, ਭਾਵੇਂ ਕਰ ਲੋਗੇ ਤੇ ਉਹ ਤੁਹਾਡੇ ਫਾਇਦੇ ਚ ਵੀ ਤੇ ਮੇਰੇ ਫਾਇਦੇ ਚ ਵੀ ਰਹੇਗਾ, ਕਿਉਂਕਿ ਤੁਸੀਂ ਵਿੱਚ ਬੋਲੋਗੇ ਨਹੀਂ ਤੇ ਮੈਨੂੰ ਗੱਲ ਕਰਨ ਚ ਆਸਾਨੀ ਹੋ ਜਾਏਗੀ। ਚਲੋ ਠੀਕ। ਉਹ ਐ ਵੇ ਕਿ ਜਿਸ ਮੁਲਕ ਦੇ ਅਸੀਂ ਵਾਸੀ ਹਾਂ ਨਾ,
ਕੋਈ ਵੀ ਜਿਸ ਮੁਲਕ ਦਾ ਵਾਸੀ ਆਪਣੀ ਮਿਲਤ ਨਾਲ ਪਿਆਰ ਉਹਨੂੰ ਹੁੰਦਾ ਹੈ। ਉਸ ਮੁਲਕ ਦੇ ਬਾਸ਼ਿੰਦਿਆਂ ਨਾਲ ਉਹਨੂੰ ਬੜਾ ਪਿਆਰ ਹੁੰਦਾ ਹੈ। ਉਸ ਮੁਲਕ ਦੀ ਗੌਰਮਿੰਟ ਦੇ ਨਾਲ, ਉਸ ਮੁਲਕ ਦੀ ਫੌਜ ਦੇ ਨਾਲ, ਉਸ ਮੁਲਕ ਦੇ ਦਰੋ ਦੀਵਾਰਾਂ ਦੇ ਨਾਲ ਉਹਨੂੰ ਪਿਆਰ ਹੁੰਦਾ ਹੈ। ਮੁਹੱਬਤ ਉਹਦੀ ਝਲਕਦੀ, ਉਹਦੀ ਗੁਫ਼ਤਗੂ ਚੋਂ ਝਲਕਦੀ ਹੈ ਕਿ ਇਹ ਵਫਾਦਾਰ ਹੈ, ਇਹ ਆਪਣੇ ਮੁਲਕ ਦਾ ਵਫਾਦਾਰ ਹੈ। ਜਦੋਂ ਤੁਸੀਂ ਹਜ਼ਰਾਤ ਜਾਂਦੇ ਹੋ ਨਾ ਯੂਰਪ ਜਾਣਾ ਕੋਈ ਗਲਤ ਬਾਤ ਨਹੀਂ। ਜਦੋਂ ਉਹਦੇ ਤੁਸੀਂ ਗੀਤ ਗਾਣੇ ਸ਼ੁਰੂ ਕਰ ਦਿੰਦੇ ਉਹ ਗਲਤ ਬਾਤ ਜ਼ਰੂਰ ਹੈ। ਕਿ ਤੁਸੀਂ ਆਪਣੇ ਮੁਲਕ ਨੂੰ ਫਿਰ ਤੁਹਾਨੂੰ ਜਿੰਨੇ ਤੁਹਾਨੂੰ ਪਾਲਿਆ, ਪੋਸਿਆ, ਵੱਡਾ ਕੀਤਾ, ਜਿੰਨੇ ਤੁਹਾਨੂੰ ਇਸ ਕਾਬਲ ਕੀਤਾ ਕਿ ਤੁਸੀਂ ਬਾਹਰ ਜਾਓ ਔਰ ਜਾ ਕੇ ਪੈਸਾ ਕਮਾਓ, ਤੁਹਾਨੂੰ ਉਸ ਮੁਲਕ ਨੇ ਪੜ੍ਹਾਇਆ, ਲਿਖਾਇਆ, ਇੱਕ ਨਾਮ ਦਿੱਤਾ, ਤੇ ਕੀ ਹੋ ਗਿਆ ਯਾਰ ਕਿ ਤੁਸੀਂ ਮਤਲਬ ਯੂਰਪ ਜਾ ਕੇ ਉਹ ਤੁਹਾਨੂੰ ਆਪਣੇ ਮਿਲਤ ਚੋਂ ਕੀੜੇ ਨਜ਼ਰ ਆਣੇ ਸ਼ੁਰੂ ਹੋ ਗਏ ਨੇ। ਜਿਨ੍ਹਾਂ ਦੇ ਨਾਲ ਤੁਸੀਂ ਜ਼ਿੰਦਗੀਆਂ ਗੁਜ਼ਾਰੀਆਂ ਉਹੀ ਯਾਰ ਤੁਹਾਨੂੰ ਭੈੜੇ ਲੱਗਣੇ ਸ਼ੁਰੂ ਹੋ ਗਏ ਨੇ। ਨਾ ਯਾਰ, ਇਹ ਜ਼ਿਆਦਤੀ, ਇਹ ਬੜੀ ਵੱਡੀ ਜ਼ਿਆਦਤੀ। ਇੰਝ ਨਾ ਕਰੋ, ਇੰਨੀ ਜ਼ਿਆਦਤੀ ਨਾ ਕਰੋ ਕਿ ਤੁਸੀਂ ਇਹ ਦੇਖੋ, ਗੁਨੇਗਾਰ ਦੀ ਮਾਫੀ ਹੈ, ਗੱਦਾਰ ਦੀ ਮਾਫੀ ਕੋਈ ਨਹੀਂ। ਗੱਦਾਰ ਨੂੰ ਕੋਈ ਵੀ ਮਾਫ ਨਹੀਂ ਜੇ ਕਰਦਾ। ਇਹ ਸਿੱਧੀ ਸਿੱਧੀ ਗੱਦਾਰੀ ਹੈ, ਸਿੱਧੀ ਸਿੱਧੀ ਗੱਦਾਰੀ ਹੈ। ਗੱਦਾਰੀ ਦੀ ਮਾਫੀ ਹੈ ਹੀ ਨਹੀਂ। ਭਾਵੇਂ ਮੈਂ ਨਵਾਸੀ ਅਸੀਂ ਭੁੱਖੇ ਕਿਉਂ ਨਾ ਮਰ ਜਾਈਏ, ਉਹ ਸਾਨੂੰ ਸਾਡਾ ਭਰਾ ਮੁਸਲਮਾਨ ਭਰਾ ਲੁੱਟ ਖਾਏ ਯਾਰ, ਉਹ ਸਾਨੂੰ ਕਤਲ ਕਰਦੇ, ਸਾਨੂੰ ਸਾਡੀਆਂ ਜੇਬਾਂ ਕੱਟ ਲੈ, ਉਹ ਸਭ ਕੁਝ ਕਰ ਲੈ ਸਾਡਾ ਭਰਾ ਯਾਰ, ਕੋਈ ਨਹੀਂ ਸਾਡਾ ਭਰਾ ਹੀ ਇਹ। ਖੈਰ ਮੇਰੇ ਅਗਲੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਵਾਂ। ਗੱਲ ਮੇਰੀ ਅਜੇ ਖਤਮ ਹੀ ਨਹੀਂ ਹੋਈ ਨਾ। ਮੈਂ ਤੁਹਾਡਾ ਮਾਈਕ ਮਿਊਟ ਵੀ ਕਰਾਇਆ ਸੀ, ਤੁਸੀਂ ਫੇਰ ਪੱਟ ਦਿੱਤਾ ਮਾਈਕ ਮਿਊਟ ਕਰੋਗੇ ਤੇ ਗੱਲ ਮੇਰੀ ਸਹੀ ਕਲੀਅਰ ਹੋਣੀ ਹੈ। ਜੇ ਵਿੱਚ ਟੋਕੋਗੇ ਤੇ ਗੱਲ ਕਲੀਅਰ ਨਹੀਂ ਹੋਣੀ। ਮਾਈਕ ਮਿਊਟ ਕਰੋ, ਕਰ ਲਓ ਮਾਈਕ ਮਿਊਟ, ਕੋਈ ਗੱਲ ਨਹੀਂ। ਇੱਥੇ ਹੀ ਆ, ਅਸੀਂ ਜਾਂਦੇ ਕੋ ਨਹੀਂ, ਗੱਲ ਕਰਨ ਹੀ ਬੈਠੇ ਹਾਂ। ਜਿੰਨੀ ਗਲਾਜ਼ਤ ਇਸ ਯੂਰਪ ਦੇ ਵਿੱਚ ਹੈ ਨਾ, ਉਹ ਤੁਹਾਡੇ ਖਾਬੋ ਖਿਆਲ 'ਚ ਵੀ ਨਹੀਂ ਹੈ। ਜਾ ਕੇ ਵੇਖ ਲਓ ਪੋਰਨੋਗ੍ਰਾਫੀ ਦੀਆਂ ਫਿਲਮਾਂ ਕਿੱਥੋਂ ਜਾਰੀ ਹੋਈਆਂ ਨੇ। ਉਹਨਾਂ ਨੇ ਤੇ ਆਪਣੀਆਂ ਕੁੜੀਆਂ ਨੂੰ ਨੰਗਾ ਕਰ ਦਿੱਤਾ ਹੈ। ਉਹ ਆਪਣੀ ਕੁੜੀ ਨੂੰ, ਆਪਣੀ ਬੇਟੀ ਨੂੰ, ਆਪਣੀ ऐसे मुआशरे ਨੂੰ ਤੁਸੀਂ ਕਹਿੰਦੇ ਹੋ ਪਏ ਬਹੁਤ 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 ਉਸਨੇ ਖਿਲਾਫ ਬੜਾ ਉਸਨੇ ਬੜਾ ਉਸਨੇ ਖਿਲਾਫ ਬੜਾ ਉਸਨੇ खिलाफ वारदात यूरोप च हो रही है। और कत्ले इंसानियत कत्ल कोई छोटी चीज है। कत्ले इंसानियत दसो तुसी फलस्तीन च जिहड़ा मुसलमान कटदा है पिया, शहीद हुंदा है पिया, क्या यूरोप दी नहीं है? अमरीका नहीं है ਇਹਦੇ ਪਿੱਛੇ ਇੰਗਲੈਂਡ ਨਹੀਂ ਹੈ, ਇਹਦੇ ਪਿੱਛੇ ਈਸਾਈ ਨਹੀਂ ਹੈ। ਦੱਸੋ ਕਿਹੜੀ ਤਾਰੀਫਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਪਈਆਂ ਉਹਨਾਂ ਦੇ ਵਿੱਚ? ਉਹਨਾਂ ਦੀ ਤਨਜ਼ੀਮ ਇੱਥੇ ਤੁਹਾਨੂੰ ਮਦਨੀ ਚੈਨਲ ਕਿਉਂ ਨਹੀਂ ਨਜ਼ਰ ਆਇਆ ਯਾਰ? ਇੱਕ ਦੋ ਦੀ ਗਲਤੀ ਦੀ ਵਜ੍ਹਾ ਤੋਂ ਪੂਰੇ ਮੁਲਕ ਨੂੰ ਹੀ
एक नारे ला देना है, केड़ी दानिशमंदी है यार। सर जी अभी आप मुझे सिर्फ 5 मिनट टाइम दे ना, 5 मिनट, बल्कि 5 मिनट मेरी थोड़ी सी मेरी गुफ्तगू सुने। जिस मैं रह रहा हूँ ना, पहले तो मैंने आपके साथ ये बात नहीं की भी, मैंने अभी तक यूरोप के अंदर अपना सैलम अप्लाई नहीं किया। अभी पेपर मेरे पास है, लेकिन मैंने अपना सैलम जो है ना, रिफ्यूजी जिसको कहते हैं, रिफ्यूजी केस मैंने आज तक इधर अप्लाई नहीं किया। जिधर जिस तरह के सैकड़ों पाकिस्तानी आके इधर सैलम लेते हैं, मैंने अभी तक सैलम इसलिए अप्लाई नहीं केस इधर अप्लाई क्यों करूं, क्योंकि जिस वक्त केस अप्लाई करना पड़ता है ना रिफ्यूजी, उसके लिए ये करना पड़ता है कि हमें अपने मुल्क के अंदर खतरा है, लेकिन इधर रहने की मुझे इजाज़त दी जाए। लेकिन अभी तक मैंने ये चीज़ इधर अप्लाई नहीं की भी। नंबर 1। नंबर 2 कि मैं जिस वक्त फर्स्ट टाइम अपना पेपर की डिमांड करने गया वकील के पास, तो वकील ने भी मुझे उस वक्त ये बोला कि आप ऐसे करो कि इसके ऊपर से, पासपोर्ट के ऊपर से आप मोहम्मद को काट कर ना तो अहमद लिखवा लो। हेलो हेलो। आप बोलते जाएं, आपकी आवाज आ रही है। उस्ताद मोहतरम खुद ही उस वक्त मुझे वकील ने कहा कि मोहम्मद काट के इसके ऊपर अहमद लिखवा लो, 6 महीने के अंदर मैं आपको 10 साल का कार्ड दे दूंगी प्रोफेसर से। मैंने उससे बोला कि देखो कि मेरा जो पासपोर्ट है ना, इसके ऊपर लिखा हुआ है मोहम्मद शहबाज। मोहम्मद शहबाज जो नाम है वो हमारी फैमिली से चलता आ रहा है, ठीक है। लिहाजा कि मुझे अगर पेपर नहीं मिलते ना मिले, लेकिन इसको मैं कैंसिल नहीं करवा सकता। उसकी वजह ये कि अगर मैं आपके कहने के ऊपर कैंसिल करवा के अहमद रखवा लूँ, लेकिन तेरे दरवाजे से मैं बाहर निकलूँ, मेरी मौत आ जाए, तो मैं अपनी ईमान से दुनिया से कमज़ोर चला जाऊँगा, ठीक है। दूसरे नंबर पे जो आप कह रहे हैं मदरी चैनल, उस बात बाकी जमात तबलीग, इनके सब के दायरे फराज के अंदर मौजूद है, जो कि हर महीने के अंदर महफिलें भी करते हैं, जलसे भी करते हैं, कुरान खाने भी करते हैं। मदनी चैनल वाले हैं, इनके भी दायरे मौजूद है। फ्रांस के अंदर मस्जिदें भी मौजूद हैं। इस वक्त मैं बैठा भी मस्जिद में हुआ हूँ, ठीक है। मैंने जो आपसे बात की है, मैं सिर्फ आपको ये कह रहा हूँ कि देखो हमारे लोग उधर नमाज रोक रही है, झूठ बोलने से नमाज रोक रही है, ज़िना करने से नमाज रोक रही है, सूद खाने से। हमारे उधर लोग ये नमाज भी पढ़ रहे हैं, हज भी कर रहे हैं, सब कुछ कर रहे हैं, और उसके साथ साथ इन चीज़ों को, क्योंकि अगर ये चीज़ें ख़त्म कर दे तो हमारी कौम वक़्त की वली कौम बन जाएगी। जो कि सबसे ज़्यादा जो इबादत होती है ना इस वक्त, ये सऊदीया में होती है या पाकिस्तान में होती है। मैं ये चीज़ कह रहा हूँ कि हमारी कौम इस चीज़ को क्यों नहीं ख़त्म कर रही ना। देखो आज क्या ओ जी हजरत जी, क्या नजर आ गया है मुझे बताएं, चले कर लेते हैं, 2-2 हाथ कर लेते। क्या क्या पाकिस्तान में क्या हो रहा है, क्या कर रही है पाकिस्तानी अवाम, बताएं। सर जी मेरी बात, मैं आपको ये बताएं आप 2-3, ओहो 2-3 चीजें बताएं कि ये कर रहे हैं, बताएं। अच्छा, अभी पाकिस्तान के ऊपर जो कर्जा है वो और कर्जे बताएं के 2-3 चीजें बताइए, और 2-3 मैं चीजें आपको बताएं कि क्या पाकिस्तान के अंदर झूठ कितना है भाई, जरा ये बता दो। क्या है। झूठ जो है वो कौन सा बंदा है जो उधर झूठ नहीं बोलता। अच्छा चले बस माइक म्यूट करें, एक बात आपने की, इसका जवाब दे ले लें, बस माइक म्यूट करें, माइक म्यूट करें ना, एक मिनट बारी सर, बारी बात करती है ना, एक एक गुनाह बताते जाए तो उसके ऊपर मैं कलाम कर देता हूँ। भाई झूठ बोलना इंसान की फितरत है, केड़ा इंसान है दुनिया का कोई झूठ से बरी हो, इंसान है, गलती हो जाती है, कोई नहीं, वो अल्लाह माफ करने वाला। और आपने हर एक के सीने के अंदर झांक के देख लीजिए, आप कोई वली अल्लाह है कि यहाँ 25-30 करोड़ जो अवाम है, हर एक के आपने अंदर जाके घुस के देख लिया, जो फलां बंदा झूठ बोलता ही बोलता है, पूरा पाकिस्तान ही बोल रहा है। यार कैसी बच्चेगाना, उम्र तो माशाल्लाह आपकी बड़ी है और बात आप बच्चेगाना कर रहे हैं।
चले गए हैं तो अभी उनके पीछे पर्दा बात करना मुनासिब नहीं है। किसी और कलर को लें यार, उस्मान बात कर। अच्छा उस्ताद मोहतरम, लोग ये और भी बड़े भाई हैं, वो भी बाहर होते हैं अल्हम्दुलिल्लाह। ये उलमा की सोहबत या फिर अच्छे भाइयों की सोहबत से ना कभी भी रंग नहीं चढ़ा। यार उस्मान मैं भी गया हुआ बैरूने मुल्क कई बारी गए हैं, यकीन मनो उत्थे कोई पाकिस्तानी नजर आया ਅਸੀਂ खुश हो जा लड्डू पान दिल इंज झूमदा है यार, भावें कोई भी होए बल्ला ਉਹ ਕਿਸੇ ਵੀ ਮਕਤਬੇ ਫਿਕਰ ਦਾ ਵੀ ਕਿਉਂ ਨਹੀਂ, ਸਾਨੂੰ ਇਹਦੇ ਨਾਲ ਕੋਈ ਗਰਦ ਨਹੀਂ। ਸਾਨੂੰ ਇੰਨਾ ਪਤਾ ਹੈ ਪਾਕਿਸਤਾਨੀ ਹੈ, ਅਸੀਂ ਇੰਜ ਖਿਲ ਉੱਠਨੇ ਆ ਯਾਰ ਪਾਕਿਸਤਾਨੀ। ਯਾਰ ਨਾ ਕਰੋ ਯਾਰ, ਇੰਨੀ ਜ਼ਿਆਦਤੀ ਨਾ ਕਰੋ ਯਾਰ, ਕੀ ਹੋ ਗਿਆ? ਗੱਦਾਰੀ ਨਾ ਕਰੋ ਮਿਲਤ ਦੇ ਨਾਲ ਯਾਰ। बैरून मुल्क जाके तुसी उत्थे जाके चुगलियां करदे हो, तुसी बुहतान लांदे हो, तुसी गलत बयानियां करदे हो मुसलमानां दे उत्ते। गलत गल है यार, बिल्कुल गलत गल है। असल दे विच ओह ही है ना, मोमन कायन है हदीस पा के जिदा मफहूम है। असल च जिंज ते तुसी हुंदे हो उंज दे तुसी सारियां नूं समझदे हो कि सारे ही इंज दे। चोर नूं सारे चोर ही नजर हुंदे ने। चलो जी गल करे यार उस्मान। बिल्कुल, ये ट्रुथ साहब आए, पहले भी आए थे तो चले गए, पता नहीं BRB कुछ लिख के चले गए थे, तो शायद इन्होंने कोई बात करनी थी। एक सिर्फ मैं बात करूँगा कि मोहब्बत होती है मुल्क से, अपने लोगों से, तो मोहब्बत के अंदर आपकी ख्वाहिश होती है कि ये काम हो जाए, आपके जो डिपार्टमेंट है वो ठीक हो जाए, लेकिन आप लोग इस सिरे से ही अपना रंग ही बदल लेते हैं कि बस मैं बाहर आ गया हूँ, बस उसको फिर सारी की सारी कौम हर चीज़ वो बिल्कुल नफ़रत ही करने लग जाता है। भाई नफ़रत ना करें, हाँ मोहब्बत के अंदर आप ये ज़रूर सोचें कि ये काम हमारी कौम के अंदर होने चाहिए, जो थोड़ी खामियां हैं वो दूर हो जानी चाहिए। ठीक है भाई, इसकी आप आपस में डिस्कशन कर सकते हैं, ये मामला होने, लेकिन वो भी अगर आप इल्म रखते हैं उन चीज़ों का भी, बेफजूल भी नहीं, तो इतना चलो आप कर लो तो कोई नहीं। लेकिन ये लोग मैंने देखा है उस्ताद मोहतरम, ये बाहर आके ना तो पता नहीं इनको कैसी हवा लग जाती है, कोई इनका एक दिन नहीं गुजरता कि ये उलमा के ख़िलाफ़, पाकिस्तानियों के ख़िलाफ़, पाकिस्तान की फ़ौज के ख़िलाफ़, गवर्नमेंट के ख़िलाफ़ ये बोल ना ले तब तक इनको नींद नहीं आती। पता नहीं कैसा इनको कीड़ा है। लोग भी बाहर आते हैं जाते हैं, कभी ऐसी कोई बात जो ना अक्ल रखने वाला वो ऐसी करता नहीं है। ठीक है ट्रुथ भाई, करें माइक ओपन भाई, आप कर लें बात। जी भाई जान, अस्सलाम वालेकुम। जी वालेकुम सलाम। जी जी मैंने कह रहा था कि ये जो आप बात कर रहे हैं बड़ी अच्छी बात है, लेकिन ये सिर्फ बैरून मुल्क में जाके नहीं हमें सीखना चाहिए, इधर भी ब्रॉड पे बैठ के भी उलमा के दूसरे मकतबा फिक्र को काफर नहीं कहना चाहिए। ये भी बात है। भाई ट्रुथ साहब, बात ये हो रही थी कि मजमूई तौर पे पाकिस्तान जो है ना वो सारे का सारे गंदा है जी। बात ये हो रही है। रही बात जो ये देखे ना, आपने अपनी राय दी है, ठीक है, कोई कबूल कर ले तो कर ले, नहीं करे तो ठीक है। राय है ना, हर एक की राय, अपनी सोच है, फिक्र है, तो जरूरी तो नहीं कि आपकी राय के साथ सबका इत्तेफाक करना भी जरूरी है, और बाकी वो बात भी वैसे ही है। जी जी। हाँ, ये तो वो आपने बात और की बात करनी है तो करें। और मैंने ये कहना था, कल ये उस्मान साहब ने जो डिबेट रखी थी, तो हालांकि वो झूठे हैं कादियानी, तो इनको चाहिए था अपनी तैयारी पूरी करते, और बाकी सब ने मुसलमानों ने उनका बाइकआउट किया हुआ है। सैफी कौन तैयारी करते? उस गुस्ताख का सब ने बाइकआउट किया हुआ है, सारे मुसलमानों ने। तो इन्होंने नहीं, तैयारी आपने क्या कहा? तैयारी करते? तैयारी ये करते कि इन्होंने कोई वो बातें करी जा रहा था और ये म्यूट लगा के बैठे हुए थे। कौन? ये उस्मान साहब। उस्मान साहब ने वो लित्तर मारे हैं उसको, हैं, ड्रामेबाजियां ना करें, वो लित्तर मारे हैं, तरी ही लित्तर मारे हैं। और हमारे YouTube के चैनल खत्म वो टाइम पे अभी अपलोड होने लगी है। मुरब्बी जी समझ आई कि नहीं? वो लित्तर मार के है उस्मान, और तरी ही लित्तर आज तक कादियानियत के अंदर किसी को ऐसे लित्तर लगे ही नहीं होंगे। चुप हो के बैठे हुए थे, होवे साडा शिगिर्द ते चुप हो के बवे। जनाब
जो हमने सुना है वो तो झूठे है। ठीक है, आप मुरब्बी किसे उस्मान को कह रहे हैं? इनका ना कोई दिमाग मुझे लगता है हाजिर नहीं है ट्रुथ साहब। जी जी। हाँ तो आपका ना दिमाग हाजिर। ਡਰਾਮੇਬਾਜ਼ੀ ਕਰਦੇ ਨੇ ਨਿਕਾਬ ओढ़ के ਹੁੰਦੇ ਨਹੀਂ ਇਹ ਸਾਨੂੰ ਕਾਕਾ ਸਮਝਦੇ ਨਹੀਂ ਇਹ ਬਿਲਕੁਲ ਕਾਕੇ ਨੇ ਦੁੱਧੂ ਪੀਂਦੇ ਨੇ कौन नुकाब बोल के आता है मुफ्ती अच्छा साहब? मुझे ये बताओ ट्रुथ साहब, मुझे ये बताइए ज़रा, जी। कादियानी मुरब्बी सैफी क्या दलील क्या दे रहा था अपनी? क्या उसने मेरी बात का, कौन सी मेरी बात का जवाब दिया उसने? जी, जब आपकी कॉल ड्रॉप हो गई थी तो आप क्यों नहीं उसे जवाब दे रहे थे? आप चुप करके बैठे हुए थे। उस बात पे गुस्सा आया कि नहीं, जनाब कॉल आप ड्रॉप हो गई तो जब कॉल ड्रॉप हो गई तो जवाब कैसे देना था? कोई आपने बूटी पी हुई है क्या है? आप बूटी नहीं पी हुई जनाब, बूटी क्या शराब पी पी है? है, टॉनिक वाइन पी है कोई आपने? नहीं, ये कैसी बातें कर रहे हो आप जनाब? हाँ लेकिन ये है कि तैयारी के साथ तो जाना चाहिए। कॉल ड्रॉप होने से बंदा बोलता है तो अच्छा वो जो सैफी आया था उसकी जो लित्र परेड की है हमने, तो वो कौन सी तैयारी थी? वो हम वही तो मैं पूछ रहा हूँ, कोई उसने कोई मेरी बात का जवाब दिया हो या मेरी कोई दलील का आपको पता है मैंने कौन से दलाल दिए उसको? पहली तो बात है मुसलमानों ने उसका बाइकआउट किया हुआ है, उसकी ब्रॉड नीचे चली गई हुई है, जीरो नहीं, पे मैंने चली हुई ये है। नहीं पूछा, मैंने पूछा है कोई मेरी कोई दलील आपको पता हो, कोई मैंने कौन सी दलील दी थी, उसने कौन सी दलील दी है? नहीं, मैंने नहीं सुनी, लेकिन आपने उससे डिबेट की क्यों नो जबकि कहता मैंने सुनी। शाह साहब ने सारे ओ मुसलमानों ने जा बाइकआउट किया हुआ है। ओ जा बाइकआउट किया है भाई, इसीलिए तो छितर मारे हैं उसको जाके, इसीलिए तो मैंने डिबेट रखी है भाई, उसी के ही कहे हुए मौजू पे मैंने गुफ्तगू इसलिए की है इस ओए जाके ना उसको मेरा मैसेज दो बराड़ अगर गिर गई है ना तो मुफ्ती बशर को काल पे ले, बराड़ उठ जाएगी, बहुत बहुत दौड़ेगी बराड़। मेरा पैगाम उसको दे दो जाके, उसको कहना मेरे साथ शिगिर्दा नाल नहीं उस्ताद नाल मत्था ला, ये पैगाम मेरा दे उसको। जिसको मशहूरी चाहिए होती है वो मुफ्ती बशर से ही राबता करता है, और मुफ्ती बशर तो फिर झंडे ला देंदा है ना अगले बंदे दे। हाँ बड़ी बड़ी मशहूरी करता है मुफ्ती बशर, जिन्हों जिन्हों मशहूरी चाहिए मेरे नाल राबता करे, मेरे शिगिर्दा नाल नहीं। जी मिकी साहब माइक ओपन कीजिएगा जी, आप माइक ओपन है जी, करें आप बात कर लें। अस्सलाम वालेकुम जी। जी वालेकुम अस्सलाम। जनाबे अली मैं होने आया मिर्जा जड़ा सीनियर एंड जूनियर ये दोवें जेड़े ਉਹ ਹੈ ਨਾ ਜਿਹੜਾ ਕਹਿੰਦੇ ਨਬੀ ਤੇ ਇਹ ਉਹ ਹਨਾ ਹਾਂਜੀ ਇਹਦੇ ਤੇ ਲਾਨਤ ਪਾਣ ਦੇ ਹੋ ਨਾ, ਦੋਵਾਂ ਤੇ ਲਾਨਤ ਪਾ ਰਿਹਾ, ਤੁਸੀਂ ਕਿਹਦੇ ਤੇ ਪਾਉਂਦੇ ਹੋ? ਇਹਨਾਂ ਦੋਵਾਂ ਤੇ ਭਾਜੀ ਮੈਂ ਤੁਹਾਡੇ ਨਾਲ ਹਾਂ। ਮੈਂ ਕਹਿੰਦਾ ਇਹੋ ਜਿਹੀ ਚੀਜ਼ ਜਿਹੜਾ ਹੋਣਾ ਚਾਹੀਦੀ, ਇਹਨਾਂ ਦੀ ਜਿਹੜੀ ਬਰਾਟ ਹੈ ਜਾਂ ਇਹ ਉਹ ਇਹਨਾਂ ਨੂੰ ਫਾੜ ਨਹੀਂ ਸਕਦੇ ਸੀ ਕਿ ਇਹਨਾਂ ਦੀ ਜ਼ਰੂਰਤ ਕਿਵੇਂ ਇੰਜ ਕਹਿਣ ਦਾ? ਯਾਰ ਇਹ ਕੋਈ ਸਿਲਸਿਲਾ ਕੱਢੋ ਕਿ ਜਿਹੜੇ ਸਾਡੇ ਇਸਲਾਮ ਦੇ ਖਿਲਾਫ ਕੋਈ ਗੱਲਾਂ ਕਰਦੇ ਨੇ ਉਹਨਾਂ ਨੂੰ ਫੜ ਕੇ ਮਾਰੇ, ਗੱਲਾਂ ਨਾਲ ਤੇ ਬਹੁਤ ਪੁੱਠੀਆਂ ਗੱਲਾਂ ਕਰਦੇ ਨੇ। ਉਸਮਾਨ ਭਾਈ ਬਈ ਸਹੀ ਹੈ, ਫੜ ਰਹੇ ਹਾਂ ਅਸੀਂ ਇਹਨਾਂ ਨੂੰ, ਹਾਂ ਲੱਗੇ ਹਾਂ ਲਿਟਰੇਟ ਕਰ ਰਹੇ ਇਹਨਾਂ ਦੀ। ਮਾਸ਼ਾਅੱਲਾ ਬਹੁਤ ਅੱਛਾ। ਮੈਂ ਵੈਸੇ ਸ਼ੀਆ ਵਾਂ, ਸ਼ੀਆ ਸੁੰਨੀ ਅਸੀਂ ਪਾਈ ਜੋ ਵੀ ਹੈ, ਮੈਂ ਨਹੀਂ ਕਹਿੰਦਾ ਕੋਈ ਸ਼ੀਆ ਸੁੰਨੀ ਤੇ ਜੋ ਸਾਡਾ ਇਸਲਾਮ ਇੱਕ ਹੈ, ਇਹੋ ਜਿਹੇ ਬੰਦੇ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਹ ਬਹੁਤ ਅੱਛਾ ਕਰ ਰਹੇ ਹੋ ਭਾਈ ਜੀ। ਮੈਂ ਉਸਮਾਨ ਭਾਈ ਜ਼ਿੰਦਾਬਾਦ, ਮੈਂ ਤੁਹਾਨੂੰ ਕਹਿਣਾ ਮਾਸ਼ਾਅੱਲਾ। ਔਰ ਇਹਨਾਂ ਬੰਦਿਆਂ ਨੂੰ ਫੜ ਕੇ ਸੱਚੀ ਗੱਲ ਮਾਰੀ, ਕਿਉਂਕਿ ਇਹ ਤੇ ਸਾਡੇ ਇਸਲਾਮ ਨੂੰ ਗਾਲਾਂ ਕੱਢਦੇ ਨੇ ਪਏ, ਇਹ ਅੱਛੀ ਗੱਲ ਨਹੀਂ ਹੈਗੀ ਜੀ। ਬਹੁਤ ਅੱਛਾ। ਔਰ ਇੱਕ ਮੈਂ ਉਹ ਦੇਖੀ ਸੀ ਉਸਮਾਨ ਭਾਈ, ਇੱਕ ਪਤਾ ਨਹੀਂ ਇੰਡੀਅਨ ਹੈ, ਉਹ ਮੱਕੇ ਮਦੀਨੇ ਦੀ ਤਸਵੀਰਾਂ ਬਣਾ ਕੇ ਤੇ ਉਹਦੇ ਤੇ ਬਹੁਤ ਬੇਹੁਰਮਤੀ ਕਰਦਾ। ਯਾਰ ਇਹੋ ਜਿਹੇ ਬੰਦੇ ਨੂੰ ਵੀ ਕੋਈ ਕੈਚ ਕਰਨ ਦਾ ਕੋਈ ਪਲੀਜ਼ ਪਲਾਨ ਬਣਾਓ। ਨਹੀਂ ਉਹ ਵੀ ਕਾਦੀਆਨੀ ਨੇ, ਉਹ ਵੀ ਐਸੇ ਟੋਲੇ ਦੇ ਨੇ ਲੋਕ ਨੇ, ਤੇ ਉਹ ਤੁਹਾਨੂੰ ਮੁਖਤਲਿਫ ਰੰਗਾਂ ਦੇ ਵਿੱਚ ਨਜ਼ਰ ਆਣਗੇ, ਕਦੀ ਕੋਈ ਚੀਜ਼ ਕਰਦੇ ਤਾਂ ਨਜ਼ਰ ਆਣਗੇ, ਕਦੀ ਕੋਈ ਚੀਜ਼ ਕਰਦੇ ਨਜ਼ਰ ਆਣਗੇ। ਪਿੱਛੇ ਪਰਦਾ ਉਹ ਕਾਦੀਆਨੀ ਤੇ ਇਹ ਮਿਰਜ਼ਾ ਇੰਜੀਨੀਅਰ ਵਾਲੇ ਮਰਜ਼ਈ ਹੋਣਗੇ।
ਅੱਛਾ ਇਹ ਦੋ ਟੋਲੇ ਨੇ, ਯਾਰ ਇਹਨਾਂ ਦੇ ਨਾਲ ਫਿਰ ਮੁਲਹਿਦੀਨ ਰਲਦੇ ਨੇ। ਮੁਲਹਿਦ ਟੋਲੇ ਇਹਨਾਂ ਦਾ ਨਾਮ ਇਸਤੇਮਾਲ ਕਰਦੇ ਨੇ। ਉਹ ਹੁੰਦੇ ਉਹ ਦਰਪਰਦਾ, ਅਸਲ ਉਹ ਕਾਦੀਆਨੀ ਨੇ, ਤੇ ਸ਼ੋਅ ਕਰਵਾਉਂਦੇ ਨੇ ਅਸੀਂ ਮੁਲਹਿਦਾਂ, ਸ਼ੋਅ ਕਰਵਾਉਂਦੇ ਨੇ ਅਸੀਂ ਜੀ ਸੁੰਨੀਆਂ, ਸ਼ੋਅ ਕਰਵਾਉਣਗੇ ਅਸੀਂ ਸ਼ੀਆਂ ਵਾਂ। ਤੇ ਦਰਪਰਦਾ ਇਹ ਦੋ ਹੀ ਨਿਕਲਣਗੇ, ਤੁਹਾਨੂੰ ਜਿੱਥੋਂ ਵੀ ਮਿਲਣਗੇ ਨਾ ਇਹ ਦੋ ਹੀ ਨਿਕਲਣਗੇ ਸੋਸ਼ਲ ਮੀਡੀਆ ਤੋਂ। ਓਏ ਹੋਏ ਯਾਰ, ਉਹ ਦੇਖ ਕੇ ਮੇਰੇ ਤਾਂ ਅੱਖਾਂ 'ਚੋਂ ਅੱਥਰੂ ਆ ਗਏ ਸੀ। ਮੈਂ ਨਮਾਜ਼ੀ ਬੰਦਾ ਵਾਂ, ਮੈਂ ਵੀ ਅੱਲਾ ਦੀ ਰਹਿਮਤ ਨਾਲ ਅੱਲਾਹ ਤਾਲਾ ਦਾ ਨਾਂ ਲੈਣ ਵਾਲੇ ਹਾਂ। ਸਵੇਰੇ ਵੀ ਨਮਾਜ਼ ਪੜ੍ਹੀ ਦੀ ਹੈ 5 ਵਕਤ। ਇਹੋ ਜਿਹੀਆਂ ਚੀਜ਼ਾਂ ਨਾ ਪਲੀਜ਼ ਮੈਂ ਰਿਕੁਐਸਟ ਇਹ ਆ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਇਹੋ ਜਿਹਾ ਸਿਸਟਮ ਬਣਾਓ ਕਿ ਇਹਨਾਂ ਨੂੰ ਫੜ ਕੇ ਇਹਨਾਂ ਸਹੀ ਕਰੀ ਕੰਮ, ਇਹਨਾਂ ਦੀ ਜ਼ਰੂਰਤ ਨਾ ਹੋਵੇ। ਨਹੀਂ ਉਹੀ ਕਰ ਰਹੇ, ਲਿਟਰ ਪਰੇਡ ਸ਼ੁਰੂ ਹੈ ਇਹਨਾਂ ਦੀ। ਮੈਂ ਦੇਖੋ ਨਾ, ਬਹੁਤ ਕੋਈ ਆ ਜਾਣਾ ਹੈ ਤੇ ਗੱਲਬਾਤ ਹੋਣੀ ਹੈ, ਉਹ ਲਿਟਰ ਪਰੇਡ ਉਹਦੀ ਹੋਣੀ ਹੈ ਸਹੀ ਤੇ ਗੱਲ। ਚੱਸ ਆ ਜਾਣੀ ਆਪਾਂ ਨੂੰ। ਉਹ ਉਸਮਾਨ ਭਾਈ ਇੱਕ ਉਹ ਇੱਥੇ ਪੈਂਦਾ ਬਲੈਕ ਐਂਡ ਬਲੈਕ ਫਲੈਗ ਨਾ, ਉਹ ਵੀ ਉਹਨੇ ਵੀ ਇਸ ਤਰ੍ਹਾਂ ਲਾਏ ਹੁੰਦੇ ਮਿਰਚੀਆਂ ਤੇ ਲਾਨਤੀਆਂ। ਤੁਹਾਡਾ ਕੀ ਮਤਲਬ ਨਜ਼ਰੀਆ ਹੈ ਕਿ ਉਹ ਨਹੀਂ ਜੀ ਕੀ ਕਰ ਪਤਾ ਰਿਹਾ? ਨਹੀਂ, ਸਾਨੂੰ ਉਹਨਾਂ ਦਾ ਨਹੀਂ ਕੋਈ ਵੀ ਪਤਾ, ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਕੋਈ ਬਦਬਖਤੀ ਕਰ ਰਿਹਾ ਹੈ, ਉਹ ਦਰਪਰਦਾ ਪਸੇ ਪਰਦਾ ਉਹ ਕਾਦੀਆਨੀ ਹੈ। ਉਹ ਕਦੀ ਇਹ ਸਿੱਖ ਬਣ ਕੇ ਕਰ ਰਹੇ ਨੇ, ਕਦੀ ਇਹ ਹਿੰਦੂ ਬਣ ਕੇ ਕਰਦੇ ਨੇ, ਕਦੀ ਇਹ ਹਾਂ ਜੀ ਜੀ ਜੀ। ਉਹ ਐ ਭਾਈ ਜੀ ਬਰਾਡਾਂ ਤੇ ਫਿਰ ਵੇਖੋ ਨਾ, ਆਜ਼ਾਦ ਸੋਸ਼ਲ ਮੀਡੀਆ ਹੈ, ਫਰੀडम ਸਪੀਚ ਹੈ, ਤੇ ਉਹ ਨਾ ਹਰ ਬੰਦੇ ਕੋਲ ਮੋਬਾਈਲ ਹੈ। ਤੇ ਰੋਲਾ ਵਿੱਚ ਹੈ ਵੇ ਕਿ ਅਕਸਰੀਅਤ ਕਾਦੀਆਨੀਆਂ ਦੀ ਵਿੱਚ ਨਾ ਮੁਲਹਿਦੀਨ ਨੇ, ਮੁਲਹਿਦੀਨ, ਔਰ ਵਿੱਚ ਜ਼ਿਆਦਾ ਤਬਕਾ ਇਹਨਾਂ ਦਾ ਹਿੰਦੂਆਂ ਦਾ ਹੈ। ਠੀਕ ਹੈ, ਕਿਉਂਕਿ ਹਿੰਦੂ ਜਿਹੜੇ ਨੇ ਇਸਲਾਮ ਦੇ ਸਖਤ ਦੁਸ਼ਮਣ ਨੇ ਨਾ, ਔਰ ਖਾਸ ਕਰਕੇ ਪਾਕਿਸਤਾਨ ਦੇ ਬੜੇ ਦੁਸ਼ਮਣ ਨੇ। ਤੋ ਇਹਨਾਂ ਦੇ ਜਿਹੜੇ ਲੋਕ ਨੇ ਨਾ, ਉਹ ਫੇਕ ਆਈਡੀਆਂ ਬਣਾਉਂਦੇ ਨੇ, ਆਪਣੇ ਆਪ ਨੂੰ ਮੁਸਲਮਾਨ ਜ਼ਾਹਰ ਕਰਦੇ ਨੇ ਕਿ ਅਸੀਂ ਮੁਸਲਮਾਨ ਹਾਂ, ਲੇਕਿਨ ਉਹ ਪਿੱਛੇ ਪਰਦਾ ਕੋਈ ਮੁਲਹਿਦ ਜੇ, ਕੋਈ ਕਾਦੀਆਨੀ ਜੇ, ਕੋਈ ਹਿੰਦੂ ਹੈ। ਇਹ ਰੋਲੇ ਹੋ ਰਹੇ ਨੇ। ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਕੋਈ ਮੁਸਲਮਾਨ ਹੈ, ਔਰ ਆਪਣੇ ਆਪ ਨੂੰ ਹੁਣ ਵੇਖੋ ਨਾ, ਜਿਵੇਂ ਤੁਸੀਂ ਸ਼ੀਆ ਹੋ, ਆਪਣੇ ਆਪ ਨੂੰ ਜ਼ਾਹਰ ਕਰਦੇ ਨੇ ਕਿ ਅਸੀਂ ਸ਼ੀਆ ਵਾਂ, ਤੇ ਉਹ ਸਹਾਬਾ ਦੇ ਖਿਲਾਫ ਬਰਾੜ ਲਾ ਕੇ ਬੈਠੇ ਹੋਣਗੇ, ਗਾਲਾਂ ਕੱਢ ਰਹੇ ਹੋਣਗੇ, ਔਰ ਉੱਥੇ ਅਲਮ ਦੀ ਤਸਵੀਰ ਲਾਈ ਹੋਏਗੀ, ਯਾ ਅਲੀ, ਮੌਲਾ ਅਲੀ, ਇੰਜ ਕਰਕੇ ਉਹ ਲਿਖੇ ਹੋਣਗੇ। ਲੋਕੀ ਇਹ ਸਮਝਣਗੇ ਕਿ ਭਈਆ ਸ਼ੀਏ ਨੇ, ਔਰ ਉੱਥੇ ਸੁੰਨੀ ਸ਼ੀਆ ਫਸਾਦਾਤ ਖੜੇ ਹੋਣਗੇ। ਉਹ ਇਹ ਵੇ ਇਹਨਾਂ ਦੇ ਅਗਰਾਜ਼ੋ ਮਕਸਦ ਇਹ ਨੇ, ਇਹ ਅਸਲ ਚ ਆਪਸ ਚ ਲੜਵਾਉਣਾ ਚਾਹੁੰਦੇ ਨੇ। ਉਹ ਤੁਹਾਨੂੰ ਜੋ ਕੁਝ ਵਹਾਉਂਦੇ ਨੇ ਉਹ ਅਸਲ ਹੁੰਦਾ ਨਹੀਂ, ਪਿੱਛੇ ਪਰਦਾ ਕੁਝ ਹੋਰ ਹੁੰਦਾ ਹੈ। ਉਹ ਕੋਈ ਨਾ ਥਰਡ ਪਾਰਟੀ ਹੁੰਦੀ ਏ। ਇੰਜੀ ਕੋਈ ਸੁੰਨੀ ਬਣ ਕੇ ਬੈਠਾ ਜੇ ਤੇ ਉਹਨੇ ਆਪਣੇ ਉੱਤੇ ਲਿਖਿਆ ਚਿਸ਼ਤੀ, ਸੋਹਰਵਰਦੀ, ਕਾਦਰੀ ਜਾਂ ਦਿਓਬੰਦੀ, ਮੁਫਤੀ ਕੀ ਨਾਂ ਹੈ ਯਾਰ, ਤਾਰਕ ਮਸੂਦ ਦੀ ਤਸਵੀਰ ਲਾਈ ਏ, ਇੰਜ ਦੀ ਕੋਈ ਤਸਵੀਰ ਲਾਈ ਏ ਤਾਂ ਕਿ ਪਤਾ ਚੱਲੇ ਕਿ ਬੰਦਾ ਦਿਓਬੰਦੀ ਏ, ਤੇ ਉਹ ਸ਼ੀਆਂ ਦੀ ਬਰਾੜ ਲਗਾ ਕੇ ਬੈਠਾ ਹੈ ਸ਼ੀਆਂ ਦੇ ਖਿਲਾਫ। ਉਹ ਸ਼ੀਆਂ ਨੂੰ ਗਾਲਾਂ ਕੱਢਿਆ, ਸ਼ੀਆਂ ਦੇ 12 ਇਮਾਮਾਂ ਨੂੰ, ਖਾਸ ਕਰਕੇ 12ਵੇਂ ਇਮਾਮ ਜਿਨ੍ਹਾਂ ਦੀ ਅਸੀਂ ਤਹੇ ਦਿਲ ਤੋਂ ਇੱਜ਼ਤ ਔਰ ਇਹਤਰਾਮ ਕਰਨੇ ਆ, ਔਰ ਉਹਨਾਂ ਦੀ ਤੋਹੀਨ ਨੂੰ ਅਸੀਂ ਕੁਫਰ ਸਮਝਦੇ ਆ, ਤੇ ਉਹਨਾਂ ਦੇ ਖਿਲਾਫ ਗੱਲਾਂ ਕਰ ਰਿਹਾ ਹੋਏਗਾ। ਠੀਕ ਹੈ, ਤੇ ਉਹ ਅਸਲ ਦੇ ਵਿੱਚ ਹੁੰਦੇ ਉਹ ਨੇ। ਹੁਣ ਸਮਝ ਆਈ ਜੀ ਮੈਂ ਜਿਹੜੀ ਗੱਲ ਕਹਿ ਰਿਹਾ? ਉਹ ਅਸਲ ਤੇ ਉਹ ਸੁੰਨੀ ਨਹੀਂ, ਉਹ ਸੁੰਨੀ ਜੋ ਤੁਹਾਨੂੰ ਬਹਾ ਰਿਹਾ ਹੈ ਉਹ ਨਹੀਂ ਹੈ, ਉਹ ਕੋਈ ਇੱਕ ਤੀਸਰੀ ਥਰਡ ਪਾਰਟੀ ਹੈ ਜੀ। ਹਾਂ, ਮੈਨੂੰ ਤੁਸੀਂ ਉਸਮਾਨ ਭਾਈ ਚੇਤਾ ਦਵਾ ਦਿੱਤਾ। ਹਾਂ, ਮੈਂ ਇੱਕ ਦਫਾ ਗਿਆ ਸਾਂ ਇਹੋ ਜਿਹੀ ਬਰਾੜ ਤੇ ਨਾ, ਉਹ 12 ਇਮਾਮਾਂ ਨੂੰ ਗਾਲਾਂ ਕੱਢਦਾ ਪਿਆ ਸੀ। ਉਹਦਾ ਨਾਂ ਸੀ ਪਹਿਲੋਂ ਰੱਖਿਆ ਸੀ ਉਹਨੇ ਸੈਯਦ ਅਲੀ ਬਿਨ ਮੁਹੰਮਦ, ਬਾਅਦ ਚ ਉਹਨੇ ਲਿਖਿਆ ਸੀ ਮੌਲਾ ਅਲੀ ਬਿਨ ਮੁਹੰਮਦ। ਉਹ ਵੀ ਐਵੇਂ ਤੁਸੀਂ ਬਹੁਤ ਅੱਛਾ ਮੈਨੂੰ ਦੱਸ ਛੜਿਆ, ਮੇਰਾ ਲੱਭੀ ਦਿਲ ਦੁੱਖ ਹੁੰਡਿਆ ਸੀ। ਮੈਂ ਕਿਹਾ ਯਾਰ ਇਹ ਕਿਹੋ ਜਿਹੇ ਬੰਦੇ, ਇਹਨਾਂ ਦੀ ਕਿਵੇਂ ਜ਼ਰੂਰਤ ਹੈ ਕਿ ਸਾਡੇ ਇਮਾਮਾਂ ਨੂੰ ਜਾਂ ਇਸਲਾਮ ਨੂੰ ਟਾਰਗੇਟ ਕਰ ਰਹੇ ਨੇ। ਇੰਜ ਨਹੀਂ ਹੋਣੇ ਚਾਹੀਦੇ ਬਰਾੜ ਤੇ ਬੈਠ। ਇੱਥੇ ਨਾ ਟਿਕਟਾਕ ਦੇ ਉੱਤੇ ਹੀ ਇੱਕ ਕੋਈ ਗੰਦੀ ਜੀ ਔਰਤ ਦੀ ਤਸਵੀਰ ਲਾ ਕੇ ਨਾ, ਤੇ ਅੱਗੇ ਲਿਖਿਆ ਹੁੰਦਾ ਹੈ ਆਇਸ਼ਾ। ਠੀਕ ਹੈ, ਇਹ ਵੀ ਮੈਂ ਦੇਖਿਆ। ਪਤਾ ਕੀ ਸੁਣੋ, ਮੈਂ ਅਸੀਂ ਤੇ ਕਿਉਂਕਿ ਪੁਰਾਣੇ ਟਿਕਟਾਕਰ ਹਾਂ ਜਾਂ ਪੁਰਾਣੇ ਅਸੀਂ ਸੋਸ਼ਲ ਮੀਡੀਆ ਐਕਟਿਵਿਸਟ ਆ, ਸਾਨੂੰ ਤੇ ਪਤਾ ਅਸਲ ਮਾਮਲਾ ਕੀ ਹੈ। ਹੁਣ ਉਹ ਜ਼ਾਹਰ ਕਰ ਰਹੇ ਹੁੰਦੇ ਨੇ ਕਿ ਅਸੀਂ ਸ਼ੀਆ ਵਾਂ, ਕਿਉਂਕਿ ਸ਼ੀਆ ਹਜ਼ਰਾਤ ਅੰਮੀ ਜਾਨ ਆਇਸ਼ਾ ਸਦੀਕਾ ਦੇ ਉੱਤੇ ਉਹਨਾਂ ਨੂੰ ਥੋੜੇ ਜਿਹੇ ਇਖਤਲਾਫਾਤ ਨੇ,
ਤੇ ਉਸ ਚੀਜ਼ ਭਾਈ ਜੀ ਦਾ ਇਖਤਲਾਫ ਨਜਾਇਜ਼ ਉਸਮਾਨ ਭਾਈ ਸੌਰੀ ਮੈਂ ਤੁਹਾਨੂੰ ਕੱਟ ਰਿਹਾ ਅਸੀਂ ਸ਼ੀਆ ਸਾਨੂੰ ਸ਼ੁਰੂ ਤੋਂ ਮੌਲਵੀ ਸਾਹਿਬ ਨੇ ਤਾਲੀਮ ਦਿੱਤੀ ਬੀਬੀ ਆਇਸ਼ਾ ਨੂੰ ਅਸੀਂ ਆਪਣੀ ਮਾਵਾਂ ਤੋਂ ਵੀ ਜ਼ਿਆਦਾ ਜਾਣਦੇ ਹਾਂ ਭਾਈ ਮੈਨੂੰ ਅਸੀਂ ਮੈਨੂੰ ਪਤਾ ਕੋਈ ਹੈ ਜਨਾਬ, ਮੈਨੂੰ ਪਤਾ ਵੇ। ਉਹ ਵੇਖੋ ਮਜਮੂਈ ਤੌਰ ਤੇ ਸ਼ੀਆ ਹਜ਼ਰਾਤ ਨਹੀਂ, ਉਹ ਬਿਲਕੁਲ ਇੱਜ਼ਤ ehtiram ਕਰਦੇ ਨੇ, ਇਹ ਮੈਨੂੰ ਪਤਾ ਹੈ। ਮੈਂ ਕਿਉਂਕਿ ਆਲਮੇ ਦੀਨ ਆ ਤੇ ਮੈਂ ਤੇ ਸ਼ੀਆ ਕਿਤਾਬਾਂ ਵੀ ਪੜ੍ਹੀਆਂ ਨੇ, ਮੈਨੂੰ ਪਤਾ ਹੈ। ਤੇ ਅੱਛਾ ਗੱਲ ਇਹ ਵੇ ਕਿ ਉਹ ਜੋ ਕੁਝ ਬਹਾਰੇ ਹੁੰਦੇ ਨੇ ਨਾ, ਉਹ ਹੁੰਦੇ ਨਹੀਂ, ਉਹ ਨਹੀਂ ਹੈ। ਅਸਲ ਤੋਂ ਜ਼ਾਹਰ ਹੈ ਕਰ ਰਹੇ ਨੇ ਅਸੀਂ ਸ਼ੀਆ ਵਾਂ, ਉਹ ਅਸਲ ਚ ਕੋਈ ਮੁਲਹਿਦੀਨ ਨੇ, ਕੋਈ ਕਾਦੀਆਨੀ ਨੇ, ਕੋਈ ਹਿੰਦੂ ਨੇ, ਉਹ ਮੇਰੀ ਵੈਸੇ ਇਹ ਰਿਕੁਐਸਟ ਹੈ ਉਸਮਾਨ ਭਾਈ ਕੋਈ ਇਹੋ ਜਿਹਾ ਕੋਈ ਤਰੀਕਾ ਕੱਢੋ ਇਹਨਾਂ ਨੂੰ ਤੁਹਾਡੇ ਵਾਂਗਰੇ ਬੰਦੇ ਨਾਲ ਅਸੀਂ ਕੰਟੈਕਟ ਕਰੀ, ਤੁਸੀਂ ਕਹੋ ਇਹ ਐਡਰੈਸ ਹੈ ਇਸ ਬੰਦੇ ਦਾ, ਇੱਥੇ ਪਲੀਜ਼ 2 ਬੰਦੇ ਜਾਓ, ਇਹਨਾਂ ਦਾ ਸਿੱਧਾ ਕਰਕੇ ਆਓ, ਜ਼ਰਾ ਕੰਨ ਖਿੱਚ ਕੇ ਆਓ ਜਾਂ ਲੱਤਾਂ ਤੋੜ ਕੇ ਆਓ, ਜੋ ਅਸੀਂ ਕਰ ਰਹੇ ਨਹੀਂ ਇਹ ਨਹੀਂ ਫੜੇ ਜਾਂਦੇ, ਇਹ ਨਹੀਂ ਫੜੇ ਜਾਂਦੇ ਨਾ। ਅਸੀਂ ਹਜੇ ਕੋਈ ਐਸਾ ਥਰਮਾਮੀਟਰ ਇਜਾਦ ਨਹੀਂ ਹੋਇਆ ਕਿ ਇਹਨਾਂ ਨੂੰ ਕੋਈ ਫੜਿਆ ਜਾ ਸਕੇ। ਇਹਨਾਂ ਨੂੰ ਫੜ ਸਕਦੇ ਨੇ ਜਿਹੜੇ ਇਹ ਸਿਕਿਉਰਿਟੀ ਅਦਾਰੇ ਨੇ ਨਾ, ਜਿਨ੍ਹਾਂ ਦੇ ਕੋਲ ਐਸੇ ਆਲਾਤ ਨੇ, ਜਾਂ ਉਹ ਟਰੇਸ ਕਰਦੇ ਨੇ ਕਿ ਇਹ ਬਰਾੜ ਕਿੱਥੋਂ ਲੱਗੀ ਏ, ਬੰਦਾ ਕੌਣ ਏ, ਇਹ ਉਹੀ ਕੰਮ ਕਰ ਸਕਦੇ ਨੇ। ਉਹ ਹੁੰਦਾ ਬਸਾ ਔਕਾਤ ਇੰਝ ਹੁੰਦਾ ਵੇ ਕਿ ਸਾਡੇ ਅਦਾਰਿਆਂ ਨੂੰ ਪਤਾ ਤੇ ਲੱਗ ਜਾਂਦਾ ਹੈ, ਲੇਕਿਨ ਉਹ ਬੰਦਾ ਜਿਹੜਾ ਵੇ ਕੋਈ ਅਮਰੀਕਾ ਬੈਠਾ ਹੈ, ਕੋਈ ਅਫਰੀਕਾ ਬੈਠਾ ਹੈ, ਕੋਈ ਹਿੰਦੁਸਤਾਨ ਬੈਠਾ ਹੈ, ਤੇ ਜਿੱਥੇ ਤੱਕ ਉਹਨਾਂ ਦੀ ਰਸਾਈ ਨਹੀਂ ਹੁੰਦੀ, ਉਹ ਫਿਰ ਇਦਾਰੇ ਕੋਈ ਐਕਸ਼ਨ ਨਹੀਂ ਲੈਂਦੇ। ਤੇ ਅਮੂਮੀ ਤੌਰ ਤੇ ਇਹ ਲੋਕ ਪਾਕਿਸਤਾਨ ਨਾਲ ਤੇ ਇਹਨਾਂ ਦਾ ਤਲਕ ਹੀ ਕੋਈ ਨਹੀਂ ਨਾ ਹੁੰਦਾ, ਤੇ ਇਹ ਬੈਰੂਨੇ ਮੁਲਕ ਹੀ ਬੈਠੇ ਹੁੰਦੇ ਨੇ, ਤੇ ਜਿਹਦੀ ਵਜ੍ਹਾ ਤੋਂ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਤੇ ਜਿਹੜਾ ਬੰਦਾ ਕੋਈ ਐਸਾ ਲੱਭ ਜਾਏ ਪਾਕਿਸਤਾਨ ਦੇ ਵਿੱਚੋਂ, ਤੇ ਇਦਾਰੇ ਉਹਨੂੰ ਨੱਪ ਲੈਂਦੇ ਨੇ, ਆਪੇ ਹੀ ਨੱਪ ਲੈਂਦੇ ਨੇ। ਹਾਂਜੀ ਮਾਸ਼ਾਅੱਲਾ। ਅਸੀਂ ਉਸਮਾਨ ਭਾਈ ਅਸੀਂ ਸ਼ੀਆ ਵਾਂ, ਜੋ ਵੀ ਹਾਂ ਅਸੀਂ ਤੁਹਾਡੇ ਨੌਕਰ ਹਾਂ ਮੌਲਾਨਾ ਸਾਹਿਬ, ਤੁਸੀਂ ਆਲਮਦੀਨ ਹੋ, ਕੋਈ ਫਰਕਾਬਾਜ਼ੀ ਨਹੀਂ ਹੈ। ਕਸਮ ਖਾ ਕੇ ਨਾ ਸੁੰਨੀ ਸ਼ੀਆ ਮੇਰੇ ਇੱਥੇ ਮੈਂ ਬੈਰੂਨੇ ਮੁਲਕ ਦੇ ਵਿੱਚ ਮੈਂ ਕੱਲਾ ਸ਼ੀਆ ਜੀ ਤੇ ਮੇਰੇ ਦੋਸਤ ਸਾਰੇ ਮੈਂ ਨਾ ਜੀ मोहतरम आप ਦਾ ਨਾਮ ਕੀ ਹੈ? ਮੈਂ ਮੁਫਤੀ ਬਸ਼ਰ ਬੋਲ ਰਿਹਾ, ਮੁਫਤੀ ਬਸ਼ਰ ਸ਼ਾਹ। ਆਪ ਦਾ ਨਾਮ ਕੀ ਹੈ? ਨਹੀਂ ਮੇਰਾ ਨਾਮ ਜੀ ਮੈਂ ਪੋਲੈਂਡ ਚ ਰਹਿਣਾ। ਅੱਛਾ ਨਈਮ ਸਾਹਿਬ ਪਤਾ ਕੀ ਹੈ, ਮੈਂ ਸੋਸ਼ਲ ਮੀਡੀਆ ਤੇ ਸ਼ਾਇਦ ਤੁਹਾਨੂੰ ਪਹਿਲਾਂ ਹੀ ਬੰਦਾ ਲੱਭਾਂਗਾ ਕਿ ਜਿਹੜਾ ਇਸ ਫਿਰਕਾ ਵਾਰੀਅਤ ਜਾਂ ਮਤਲਬ ਫਿਤਨਾ ਫਸਾਦ ਦਾ ਬੜਾ ਸਖਤ ਮੁਖਾਲਿਫ। ਬਹੁਤ ਮੈਂ ਉਹ ਬੰਦਾ ਵਾਂ ਕਿ ਮੈਂ ਇਤਿਹਾਦ ਬੈਨਲ ਮੁਸਲਿਮੀਨ ਦਾ ਸਮਝ ਲਓ ਕਿ ਅਲੰਬਰਦਾਰ। ਮਾਸ਼ਾਅੱਲਾ ਮੈਂ ਕਿਧਰੇ ਵੀ ਕੋਈ ਗੱਲ ਹੁੰਦੀ ਹੈ ਐਸੀ, ਤੇ ਜਨਾਬ ਅਸੀਂ ਤੇ ਇਹਨਾਂ ਦੀਆਂ ਲੜਾਈਆਂ ਖਤਮ ਕਰਾਉਣ ਤੇ ਇਹਨਾਂ ਦੀਆਂ ਸੁਲ੍ਹਾਂ ਕਰਾਉਣ ਦੇ ਵਿੱਚ ਰਹਿੰਦੇ ਆ ਕਿ ਯਾਰ ਨਹੀਂ ਮੁਸਲਮਾਨ ਸਾਰੇ ਭਾਈ ਇੱਕ ਯੂਨਿਟ ਹੋ ਕੇ ਤੇ ਇੱਕ ਕਮਿਊਨਿਟੀ ਹੋ ਕੇ ਤੇ ਇੱਕ ਮੁੱਠ ਹੋ ਕੇ ਜਿਹੜਾ ਵੇ ਤੁਸੀਂ ਰਵੋ, ਤੇ ਨਾ ਲੜਿਆ ਝਗੜਿਆ ਨਾ ਕਰੋ। ਆਪਸ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ। ਰਹੀ ਬਾਤ ਕਿ ਜੰਨਤ ਚ ਕਿੰਨੇ ਜਾਣਾ ਜਾਂ ਦੋਜ਼ਖ ਚ, ਉਹ ਅੱਲਾ ਦੇ ਉੱਤੇ ਕੰਮ ਵੇ, ਉਹ ਅੱਲਾ ਨੂੰ ਸੁੱਟ ਦਿਓ, ਉਹ ਅੱਲਾ ਦਾ ਕੰਮ ਹੈ। ਹਾਂ, ਤੇ ਉਹ ਜਿਹਨੂੰ ਮਰਜ਼ੀ ਜਨਮ ਚ ਪਾਏ ਜਾਂ ਜੰਨਤ ਚ ਪਾਏ, ਤੇ ਉਹ ਟਿਕਟਾਂ ਅਸੀਂ ਨਹੀਂ ਫੜਨੀਆਂ, ਆਪਣੇ ਹੱਥ ਚ ਨਹੀਂ ਫੜਨੀਆਂ ਜੀ। ਬਹੁਤ ਅੱਛੀ ਗੱਲ ਹੈ, ਬਹੁਤ ਵਧੀਆ, ਬਹੁਤ ਮਜ਼ੇਦਾਰ ਗੱਲ ਹੈ। ਉਸਮਾਨ ਭਾਈ ਮੈਨੂੰ ਜ਼ਰਾ ਕੋਈ ਨੰਬਰ ਸ਼ੰਬਰ ਆਪਣਾ ਮੇਰਾ ਟਿਕਟੌਕ ਤੇ ਭੇਜ ਦਿਓ, ਮੈਨੂੰ ਜ਼ਿਆਦਾ ਨਹੀਂ ਜਾਂਚ ਹੈਗੀ ਇਹਦੀ ਟਿਕਟੌਕ ਦੀ ਜਾਂ ਇਨਬਾਕਸ ਇਹ ਮੈਨੂੰ ਨਹੀਂ ਜੇ ਪਤਾ। ਮੈਨੂੰ ਇੱਥੇ ਮੈਂ ਨਵਾਂ ਆਇਆ ਤੇ ਪਲੀਜ਼ ਮੈਨੂੰ ਟਿਕਟੌਕ ਦਾ ਵੀ ਹੁਣ ਹੀ ਪਤਾ ਲੱਗਾ, ਮੈਂ ਅੱਲਾ ਮਾਫੀ ਦੇਵੇ, ਤੇ ਪਲੀਜ਼ ਮੈਨੂੰ ਕੋਈ ਕੰਟੈਕਟ ਦੇ ਦੇਣਾ, ਟਿਕਟੌਕ ਮੇਰੀ ਤੇ ਭੇਜ ਦੇਣਾ ਪਲੀਜ਼, ਅਗਰ ਤੁਹਾਡੀ ਇਜਾਜ਼ਤ ਹੋਵੇ ਜੀ। ਇਹੋ ਜਿਹੇ ਬੰਦਾ ਨਾਲ ਕੰਟੈਕਟ ਹੋਣਾ ਚਾਹੀਦਾ। ਤੇ ਅੱਲਾ ਦੇ ਨਾਮ ਨਾਲ ਇੱਥੇ ਮੈਂ ਤੁਹਾਨੂੰ ਗੱਲ ਕਰਨ ਲੱਗਾ ਸਾਂ, ਸੁੰਨੀ ਮੈਂ ਇਕੱਲਾ ਜੇ ਸ਼ੀਆ ਸੁੰਨੀ ਸਾਰੇ ਮੇਰੇ ਭਰਾ ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਔਰ ਬੜੀ ਇਹਨਾਂ ਦੀ ਮੈਂ ਹੈਲਪ ਕਰਨਾ। ਮੇਰਾ ਇੱਥੇ ਕਾਰੋਬਾਰ ਹੈਗਾ ਅੱਲਾ ਦੇ ਨਾਮ ਨਾਲ, ਉਹ ਬੜੀ ਇੱਜ਼ਤ ਕਰਦੇ ਆਪਸ ਵਿੱਚ। ਅਸੀਂ ਮੇਰੇ ਭਰਾ ਦੀ ਸੁੰਨੀ ਔਰਤ ਦੇ ਨਾਲ ਸ਼ਾਦੀ ਹੋਈ ਹੈ ਤੇ ਅਸੀਂ ਬੜੀ ਇੱਜ਼ਤ ਕਰਨੇ ਯਾਰ। ਇਹ ਆਪਸ ਚ ਤੁਸੀਂ ਜਿਹੜੀ ਗੱਲ ਕੀਤੀ ਨਾ ਮੌਲਾਨਾ ਸਾਹਿਬ, ਇਕੱਠੇ ਕਰੋ ਇਹਨਾਂ ਨੂੰ। ਵੇਖੋ ਫਲਸਤੀਨ ਚ ਕਿੰਨਾ ਜ਼ੁਲਮ ਹੋਣ ਡਿਆ, ਕਿਸੇ ਦੀ ਜ਼ਰੂਰਤ ਹੀ ਨਹੀਂ ਸਾਡੇ ਮੁਸਲਮਾਨ ਬੱਚਿਆਂ ਨੂੰ ਕੋਈ ਨੁਕਸਾਨ ਪਹੁੰਚਾ ਦੇ। ਬਹੁਤ ਅੱਛੀ ਗੱਲ। ਉਸਮਾਨ ਭਾਈ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਜੀ, ਆਪਨੇ ਇਹ ਬੜੀ ਅੱਛੀ ਗੱਲ ਕੀਤੀ ਹੈ। ਹੁਣ ਵੇਖੋ ਨਾ ਉੱਥੇ ਜਿਹੜੀ ਇਹ ਸ਼ੀਆ ਵੇ, ਠੀਕ ਹੈ, ਫਲਸਤੀਨ ਦੇ ਵਿੱਚ ਅਕਸਰੀਅਤ ਜਿਹੜੀ ਹੈ ਉਹ ਸ਼ੀਆ ਦੀ ਹੈ।
ਹਾਲਾਂਕਿ ਉਹ ਸ਼ਹੀਦ ਹੋ ਰਹੇ ਨੇ, ਲੇਕਿਨ ਪੂਰੀ ਦੁਨੀਆ ਦਾ ਮੁਸਲਮਾਨ ਉੱਠ ਖਲੋਤਾ ਹੈ ਤੇ ਉਹ ਦਰਦ ਮਹਿਸੂਸ ਕਰ ਰਿਹਾ ਹੈ। ਉਹ ਫਿਰ ਦਰਦ ਮਹਿਸੂਸ ਆਪਣੇ ਫਿਰਕੇ ਨੂੰ ਜਾਂ ਮਸਲਕ ਨੂੰ ਉਹ ਨਹੀਂ ਵੇਂਦਾ, ਜੀ ਉਹ ਨਹੀਂ ਹਾਂ ਵੇਂਦਾ ਕਿ ਭਾਈ ਹੁਣ ਅੱਗੇ ਕੌਣ ਸ਼ਹੀਦ ਕੌਣ ਹੋ ਰਿਹਾ। ਉਹ ਆਂਦਾ ਨਾ ਹਾਂ ਭਾਈ ਨਾ, ਇਹ ਮੁਸਲਮਾਨ ਦੇ ਉੱਤੇ ਜ਼ੁਲਮ ਹੋ ਰਿਹਾ ਤੇ ਇਹ ਮੁਸਲਮਾਨ ਨੂੰ ਇੰਜ ਹੋਣਾ ਚਾਹੀਦਾ ਹੈ। ਇਹ ਮੁਸਲਮਾਨ ਦੇ ਇਹ ਇੱਕ ਜਿਸਮ ਦੀ ਮਾਨਿੰਦੇ, ਜਿਸਮ ਦੇ ਇੱਕ ਮਾਸ਼ਾ ਅਜ਼ਾ ਨੂੰ ਅਗਰ ਤਕਲੀਫ ਹੁੰਦੀ ਹੈ ਤੇ ਪੂਰਾ ਅਜ਼ਾ ਜਿਹੜੇ ਨੇ ਉਹਦਾ ਜਿਸਮ ਮੁਤਹਰਕ ਹੋ ਜਾਂਦਾ ਹੈ। समझ आई कि नहीं? तकलीफ चाहिए सही सही बहुत अच्छा। अस्सलाम वालेकुम किबला शाह साहब और उस्मान भाई अस्सलाम वालेकुम, मुबारक हो। कल की डिबेट के हवाले से सही मंजी ठोकी गई है, अल्हम्दुलिल्लाह, अल्लाह का शुक्र है, अल्हम्दुलिल्लाह। वालेकुम इसी का हकदार था। साहिल भाई जज़ाकल्लाह। उस्मान ने सही रगड़ा ला चढ़िया साढ़े ढाई ते चढ़दा कोई भी। चलो ਉਹਨੇ ਸਮਝਿਆ ਸੀ ਸ਼ਾਇਦ ਇਹ ਭੋਲਾ ਜਿਹਾ ਕੋਈ ਮੌਲਵੀ ਹੈ ਤੇ ਇਹਨੂੰ ਮੈਂ ਨਾ ਫੜ ਲਵਾਂਗਾ, ਨੱਪ ਲਾਂਗਾ। नहीं उसको शाह जी, उसको उसके चेले चांटों ने थोड़ा सा तारुफ करवाया था उस्मान का, पर वो समझ बैठा था कि शायद हो सकता है कि मुझे गलत फहमी इनको लगी है, मैं उस्मान को जो है ना पकड़ लूंगा। अब उसको ये पता नहीं था कि ये बंदा जो पीछे से बैठा क्या होगा। सही रगड़े चाहे यार, अल्लाह की कसम। जी उस्मान भाई सॉरी, मैंने जाना है कहीं, प्लीज मैं इजाजत चाहता हूँ। बहुत खुशी हुई आपसे बात करके, बहुत मजा आया। अल्लाह आपको जज़ा दे और आपकी जिंदगी भरे करे और सेहत दे आपको। मुझे इजाजत दीजिए प्लीज, है मैंने जाना है कहीं। जी ठीक हो गया, जज़ाकल्लाह। ओके जी, अल्लाह हाफिज। अल्लाह हाफिज। जी साहिल भाई बहुत बहुत शुक्रिया, ये उस्ताद मोहतरम की बस उस्ताद मोहतरम के ही तो फैल से है। नहीं, मैं उस्ताद मोहतरम के नीचे कमेंट देख रहा था, इन्हों फाड़ के रखी, इन्हों जान ना दे। जी उस्ताद मोहतरम यार माशाल्लाह बड़ा ही मजा आया, बड़ा लुत्फ आया। लेकिन साहिल एक गल है वे, जी वो जी मैं कल भी कही सी कि डिबेट है करदा सी पिया ते मैनू ना एक समझ लो कि हसद आ रहा सी। हसद नहीं, इहनू रश्क कह लो। उस्मान तो छेड़ा नहीं आउंदी। आहो ਉਹ ਮੈਂ ਕਿਹਾ ਯਾਰ ਬੈਡ ਰਗੜਾ ਲਾਣਾ ਚਾਹਦਾ ਵਾ ਪਿਆ। ਲੇਕਿਨ ਬਹਰਹਾਲ ਕਿਉਂਕਿ ਇਹਨਾਂ ਨੇ ਸਾਡੇ ਆਸੇ ਤੇ ਦਰਵਾਜ਼ੇ ਬੰਦ ਕੀਤੇ ਨੇ ਨਾ, ਸਾਡੇ ਨਾਲ ਤੇ ਕਦੀ ਵੀ ਆ ਹੀ ਨਹੀਂ ਸਕਦੇ। ਤੇ ਚਲੋ ਅੱਲਾਹ ਦੀ ਮਸ਼ੀਅਤ ਹੀ ਇੰਜ ਦੀ ਸੀ, ਉਹ ਇਹਦੇ ਹੱਥੋਂ ਹੀ ਰਗੜਾ ਲੱਗ ਗਿਆ। ਠੀਕ ਹੋ ਬਿਲਕੁਲ ਸਹੀ। ਅੱਛਾ ਮੈਂ ਨਾ ਸ਼ਾਇਦ ਕਾਫੀ भाई ऐसे ਜਿਹੜਾ ਉਹ ਦੱਸਿਆ ਨਾ, ਉਹ ਮੇਰਾ ਇੱਕ ਪੁਆਇੰਟ ਰਹਿ ਗਿਆ ਹੈ ਕਿ ਬਈ ਜਿਹੜਾ ਮੁਕਾਮੇ ਹਦੀਸ ਹੈ ਤੁਹਾਡੇ ਨਜ਼ਦੀਕ ਕਿ ਕੁਰਾਨ ਤੇ ਮੁਆਰਜ਼ ਜਿਹੜੀ ਹਦੀਸ ਆ ਜਾਵੇ ਤੇ ਵਹੀ ਦੇ ਮਿਰਜ਼ੇ ਕਾਰਿਆਂ ਦੀ ਵਹੀ ਦੇ ਮੁਆਰਜ਼ ਕੋਈ ਚੀਜ਼ ਆ ਜਾਏ, ਉਹ ਰੱਦੀ ਦੀ ਟੋਕਰੀ ਹੈ। ਤੇ ਬਈ ਸਹਾਬਾ ਦਾ ਇਜਤਿਹਾਦ ਮੰਨ ਕੇ ਸਜਾਦ ਨੂੰ ਤਜਾਲ ਕਿਉਂ ਕਿਹਾ? ਕਿਉਂਕਿ ਕੁਰਾਨ ਦੇ ਵਿੱਚ ਤੇ ਤੁਸੀਂ ਕਿਹਾ ਕਿ ਤਜਾਲ ਜਿਹੜਾ ਉਹ ਸਾਈਆਂ ਦਾ ਗਰੋਹ ਹੈ। ਤੇ ਫਿਰ ਜਸਾਕਾ ਦੇ ਇੱਕ ਗੱਲ ਹੈ ਵੇ, ਇੱਕ ਹੋਰ ਜਿਹੜੀ ਗੱਲ ਕੋਟ ਕਰ ਦਈਏ ਕਿ ਕੱਲ ਵਾਲੀ ਡਿਬੇਟ ਉਲਮਾ ਨੂੰ ਸਹੀ ਸਮਝ ਆਣੀ ਹੈ, ਆਵਾਮ ਨੂੰ ਨਹੀਂ ਸਮਝ ਆਣੀ। ਆਵਾਮ ਚੂੰਕਿ ਇੱਥੇ ਖਾਸ ਇਲਮੀ ਗ੍ਰਿਫਤ ਕੀਤੀਆਂ ਨੇ ਇਹਨੇ, ਉਸਮਾਨ ਨੇ ਇਲਮੀ ਤੌਰ ਤੇ ਉਹਨੂੰ ਜਿਹੜਾ ਨਾ ਸਹੀ ਯਾਨੀ ਗ੍ਰਿਫਤ ਕੀਤੀ। ਤੇ ਇਹ ਨਾ ਇਸ ਡਿਬੇਟ ਦਾ ਮਜ਼ਾ ਉਲਮਾ ਨੂੰ ਆਣਾ, ਜਾਂ ਖਾਸ ਕਰਕੇ ਕਿ ਜਿਨ੍ਹਾਂ ਨੂੰ ਹਦੀਸ ਤੇ ਤੁਰਕ ਦਾ ਪਤਾ ਹੈ, ਜਾਂ ਮਤਲਬ ਕੋਈ ਇਹਨਾਂ ਕੋਲ ਕੋਈ ਨੌਲੇਜ ਹੈ ਵੇ ਹਦੀਸ ਦਾ ਜਾਂ ਕੁਰਾਨ ਦਾ, ਤੇ ਉਹਨਾਂ ਨੂੰ ਸਮਝ ਆਣੀ ਹੈ, ਦੀਗਰ ਨੂੰ ਨਹੀਂ ਸਮਝ ਆਣੀ। बिल्कुल शाह जी, मैं भी ना काफी अरसे से इसके हवाले से देख रहा था कि ये ना बार बार लोगों समय दज्जाल के हवाले से ना जाके इस तरह की हदीस पेश करके तजाद पैदा करने की कोशिश कर रहा था। तो शाह जी मैंने सिर्फ जस्ट फतह अल बारी जो है वो देखी, बयान ही नहीं कर सका तजाद अपना। हाँ जी, मतलब एक चीज रह गई थी, वो मैं कह रहा हूँ मुझसे स्किप हो गई थी। वो जो कह रहा था एक भाई वो लंबा कद है और एक मैं कह रहा था ठीक ना कद है, वो एक चीज रह गई। हालांकि वो कह ले गुफ्तगू के दौरान ही मुझसे स्किप हो गया, वरना वो कोई तजाद ही नहीं है साहिल भाई, तजाद ही नहीं है ये बात। और आजमुल इंसान है वहां पे और दूसरी जगह पे के दरमियाने कद का है। भाई एक कवि हैकल जो है उसकी भी मिसाल खुद मिर्जा कादियानी की किताब से मैं रखी हुई थी पास, वो भी, लेकिन वो स्किप होगी बात। मैं ना इसको नीचे कमेंट, असल में पता है क्या मेरे लिए ये मसला है कि मुझे मोबाइल के ऊपर टाइपिंग करते हुए वो बड़ी टेंशन तकलीफ
होती है मुश्किल मेरे होती लिए, है, मुश्किल होती है। बहुत ही मुश्किल, यानी थोड़ी मुश्किल नहीं। मतलब मैंने अगर सिर्फ इतना लिखना ना अस्सलामु अलैकुम, ओए होए होए, मुझे टेंशन पड़ जानी है कि मैं अब अस्सलामु अलैकुम। अब डिबेट के अंदर तो बड़े बड़े कमेंट चलते हैं, तो हम हैं खिलाड़ी कीबोर्ड के, यानी कंप्यूटर के, बिल्कुल बिल्कुल तो वहां पे तो हमारी स्पीडें तो शू छड़ाका देखने वाली होती हैं। अच्छा, ऐसे ही है, ऐसे ही तो है। मैं ना एक दो कमेंट किया, मैंने कहा यार ये पूरी हदीस इससे सुन और मतन सुन, ये पॉइंट वो ना इसकी तवज्जो ही नहीं रही, और इतना बुरा फंसना था, पूरी पूरी हदीस सुनाना, और उसी उन्हीं हदीसों के अंदर जवाब मौजूद था, जो इतराज वो कर रहा था ना, उन्हीं हदीसों के अंदर जवाब भी मौजूद था। हाँ, जी जी कौन सी हदीस के बारे में? वही जो उसने दज्जाल की अलामतों के ऊपर दो हदीसें जो पेश की थी, एक अबू दाऊद की, ये मेरे सामने लिखी हुई है, वो अबू दाऊद की 43-20 और 43-20 और मुस्लिम की 73-66। अब उसमें तो तजाद ही नहीं था। वो क्या, उसमें एक में लिखा हुआ था कि उसकी एक आंख जो है ममसूल आयन है कि वो मिटी हुई है। ओए और वो तो दूसरी पकड़ में- लिया था तुमने, ओहो वो तो पकड़ लिया था, वो सही किया है। मैं कह रहा हूँ पूरी हदीस, मैं पूरी हदीस की कह रहा हूँ कि पूरी हदीस इससे सुनो। हाँ, हदीस का एक टुकड़ा, एक जुज नहीं। हाँ पे पूरी तूने हदीस पेश की है, पूरी पेश कर, लगे पता अभी। हाँ ये है, ठीक है। और एक और पॉइंट मेरा रह गया, बस मैं कह रहा हूँ कि मुझसे जो मैंने पॉइंट रखे थे ना वो ऐसे गुजर गए ना। मैं ना बस वो एक तो जॉब, दूसरे फैमिली की तरफ से ना एक आई हुई थी, वो कॉल पे कॉल, वो अब जो जो उसमें है कि दजाल का एक कहानी है। मिर्जा कादियानी ने इसके ऊपर ये कहा हुआ है कि इससे मुराद ये है कि वो दीनी तरक्की के हवाले से, दीनी मामलात के हवाले से बहुत कमज़ोर होगा। ठीक है, अब यहाँ पे है कि आगे नफी है कि रब काना नहीं है, तो रब काना नहीं है, तो यहाँ पे फिर इसके क्या मुराद है कि जो रब है वो दीनी तरक्की पे होगा। यानी कि ये जो उसका मेरे जहन में एक पॉइंट था ना, मैं पहले आया लेकिन उसको स्किप कर गया, वो बयान नहीं कर सका। ये मिर्जा कादियानी ने इसका माना किया हुआ है, तो वो बड़ा जबरदस्त अच्छा फैसला था। उस्मान भाई, चले शादी आपके इल्म में बेहतर होगा कि ये जो दज्जाल के हवाले से जो बाजार एक लोगों को जो मुनकरीन हदीस तजाद पेश करके जो है ना वो रिवायात को बमायना करते हैं, तो फतह अल बारी के अंदर और इमाम नबवी की जो शरह है, इन दोनों के अंदर जो है इन रवायात को सामने रख के जो भी एतराज़ या जो भी उसके हवाले से तजाद पैदा करने की कोशिश की जाती है, जो बाजार नजर आता है, उनकी तत्रीक की हुई है। तो ये तो उस वक्त के उलमा ने इसका जवाब दे दिया हुआ है, ये कल का लड़ना उठ के आज हमारे ऊपर सवाल कर रहा है। ओ हाँ, वो तो बड़ा इसके ऊपर बड़ा कलाम हुआ है, और मैंने ना इसको मुशावरती पैनल के अंदर हवाले भी सरे 10 सेंड किए थे कि खुद मिर्जे ने दज्जाले माहूद के बारे में उसके अपने तजादात मौजूद हैं। हदीस को तो छोड़ दो ना, खुद उसके अपने दज्जाले माहूद कि जिसका अहद किया गया, कि जिसका वादा किया गया है, वो उसके अपने तजादात मौजूद हैं। वो इसी वजह से कल उस्मान भाई ने जो साजी तत्बीक की थी ना कि ये रवायत तजाद है ही नहीं, बिल्कुल सेम यही तत्बीक उधर मौजूद थी उन किताबों के अंदर। ठीक है, ऐसे ही। लेकिन मैं असल में देखें शादी दुख होता है तब होता है जब लेकिन कल उसने ये आवाज़ तो कसी ना कि आपसे पहले भी आए थे लोग और वो जो है ना वो इस तरह से बात नहीं पेश कर सके। ठीक है, तो हमारे लोगों को चाहिए कम अज़ कम मुतालिया कर लिया करें। जैसे उस्मान भाई ने तस्वीर कर दी, लेकिन सेम वही जो किताब में लिखी हुई थी। अब इससे पहले किसी ने उसके सामने इस जवाब नहीं दिया इसका, तभी तो वो इतना वाज़ेह कसरा था। अच्छा, ये आ गया साहिल भाई मेरे पास हवाला, ये है उजाला हम से। कहता है कि दजाल के काना होने, यानी एक आंख से काने होने से मुराद ये है कि दीनी और दुनियावी अलूम की दोनों आंखों में से इस कौम की एक आंख रोशन होगी, यानी अंग्रेज की आंख रोशन होगी, और दूसरी नकारा। और ये ज़ाहिर है कि अफरंगी को ज़मीनी अलूम में नहायत दर्जा की महारत हासिल है, लेकिन रूहानियत से बेबहरा है। अब जहाँ पे दज्जाल के काने होने का जिक्र है, वहीं उसके काने होने का जिक्र है, वहीं पे अल्लाह के नफी, अल्लाह के काना यानी कि
ایک آنکھ سے یا عیب دار ہونے سے نفی موجود ہے، تو کیا خدا تعالیٰ کی نسبت دینی اور دنیاوی علوم میں مہارت ہونے یا نہ ہونے کے سوال کے یہ تصور کیا جا سکتا ہے؟ تو یہاں پہ مرزا قادیانی کو میں نے پھنسانا تھا یار، بس نا پوائنٹ بہت سارے رہ گئے ساحل بھائی، نیکسٹ ٹائم صحیح انشاءاللہ۔ نیکسٹ ٹائم وہ آپ کے سامنے آئے گا نا، مسئلہ یہ نہیں ہون نہیں ہونا ہون نہیں ہونا۔ نہیں کبھی بھی کل بھی ہے نا، کل بھی دھوکھے چ ماریا گیا انہیں، کوئی عثمان کوئی ہور سمجھیا سی اور پھر میں نے اس کا اس حوالہ نے ایک دفعہ نکالا، چیک کیا ہے، اس نے ایک دفعہ چیک کیا وہ یا رسول والی آئی ڈی، اکرم غلام والی آئی ڈی، لوگوں نے کہا نہیں اس کا بھائی ہے، اس کو لگا اچھا میرا خیر۔ اصل چ انہیں بھی نا پہلے اپنا لوگو لایا سی نا ضیاء رسول والا آقا کا غلام، جی ہاں۔ تے اودا اینوں نہ کوئی لگا سی۔ وہ ضیاء بھائی بڑا تھے، ضیاء بھائی کہتے جب تم نے کہا نا کہ یہ جو آنکھ اور بایاں کا کہ تو نے آگے سے کہا کہ جو سگریٹ پیتے، کہتے میں بڑا ہنسیا تھا۔ ہاں بات میں بھی اس میں بیٹھا۔ اچھا مجھے نا ضیاء رسول آیا، ضیاء رسول کا مجھے میسج آیا، میرا نا ڈبیٹ ہے ٹھیک ہے تو ریڈی رہنا۔ میں کہ ہیں ضیاء رسول کا ڈبیٹ کب ہے، مجھے تو کسی کا پتہ ہی نہیں۔ اب میں لائیو ٹک ٹاک کے اوپر آیا کہ ضیاء رسول کا ڈبیٹ ہے، تو میں جاتا ہوں چیک کرتا ہوں، دیکھا تو عثمان بھائی لگے اور سیفی کے جڑے، اور سیم اس بات کے اوپر پہنچا جب تم نے یہ نہیں کہا تھا کہ تم نے سگریٹ رسول تو نہیں پیا ہوا۔ بڑا ہنسی آئی مجھے تھا۔ باقی وہ جو اس میں نہ آیا نہیں کہ بھائی میں نے اس سے کہا نا کہ بھائی مرزا قادیانی کو نبوت کی سیٹ سے نیچے اتارنا، پھر میں صحابہ کے اجتہاد کا جواب دیتا ہوں تجھے بھائی، کیونکہ تمہارا دعویٰ یہ ہے کہ مجھے حقیقت کھول کے سنائی گئی ہے، تو تجھے حقیقت کھول کے بتائی گئی ہے، تو تو اس کا مطلب ہے کہ نبی صلی اللہ علیہ وسلم کی حدیث سے کیونکہ تقابل تو نے نبی صلی اللہ علیہ وسلم سے کیا ہے، تو دلیل تو صحابہ کے کول کو بنا رہا ہے، تو اتارنا پہلے مرزا قادیانی کو نیچے نبوت کی سیٹ سے، پھر میں جواب دیتا ہوں۔ پھر بھی میں نے مختصر سا جواب دیا، ابھی جوابات اور بھی رہتے تھے۔ نیکسٹ ٹائم نا انشاءاللہ جب میں چھٹی پہ ہوں گا نا تبھی ایسی ڈبیٹ رکھنی ہے، یہ میں نے نصیحت حاصل کر لی ہے، مصروفیت میں نہیں۔ اچھا ایک اور کرنا کام عثمان، میں ویسے بھی جانے لگا ہوں، پیچھے سے نا جو کال ہوتی ہے نا وہ بند کر لیا کرو، ٹھیک ہے؟ وہ کیسے بھائی مطلب سم بیچ میں سے نکال دو، یا جو بھی جس پہ کالیں آنی ہیں۔ سم پہ تو آنی نہیں ہوتی، وہ واٹس ایپ پہ زیادہ آنی ہوتی ہیں، واٹس ایپ دونوں پہ بنا ہوا ہے۔ اچھا واٹس ایپ، تو اس کا کوئی نہیں، کوئی ایسے ہمیں، میں بھی لائیو کرتا ہوں یا لائیو بیٹھے ہوتے ہیں تو پیچھے سے کالیں آ رہی ہوتی ہیں، ہمیں تو محسوس بھی نہیں ہوتا، وہ کیا ہے وہ؟ یہ ایسا کام کرو نا کال کا پتہ ہی نہ چلے۔ اینڈرائڈ پہ ہو جاتا ہے، تو یہ نا آئی ایس پہ نہیں، آئی فون پہ نہیں ہوتا، میں نے چیک ٹرائی کیا تھا، وہ نا ہاسپٹل تھے، وہ اسپتال کی طرف سے آئی جا رہی تھی کالے، بندہ ان کو پھر کچھ بھی کہہ بھی نہیں صحیح سے سکا، ورنہ کوئی اپنا دوسرے ہوتے ہیں نا، ایک بار میں کٹ کروں تو اگلی دوبارہ کبھی کال نہیں آئی، تو وہ نا ہاسپٹل گئے ہوئے تھے، تو مجھے پھر بار بار فیملی ان کی طرف سے نا بہت زیادہ کالیں آ رہی ہیں۔ چلو کوئی نہیں۔ اور میرا جاب کا جو ٹائم تھا نا وہ ساتھ محترم ذرا لیٹ تھا، تو لیکن سیٹرڈے تھا، وہ پہلے کالے آنے شروع ہو گئے، اور پھر دوست بھی کہنے لگا کہ یار کٹھے نکلتے ہیں، تو میں نہ آ رہا ہوں، کٹھے نکلتے ہیں۔ کوئی بات نہیں، آئندہ سے کل جو ہوا ہے بڑی بہترین ہو گئی ہے، تو نے دل چھوٹا نہیں کرنا، بہترین ہو گئی، صحیح لتر پریٹ پھیری ہے، تو آئندہ کے لیے جو ہے نا وہ ڈیبیٹ کرو تو مخصوص اس کی لوگوں کو جہاں سے متوقع ہو کے اس پروگرام میں شریک مہمان اور کال کرنے والوں کی آراء، موقف اور خیالات ان کے اپنے ذاتی ہیں اور ضروری نہیں کہ وہ ہمارے چینل اور ٹیم کے خیالات، آراء اور موقف کی عکاسی کریں۔ ہم کسی دوسرے فرد کی آراء اور موقف کے ذمہ دار نہیں۔